देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट सरदार हमीर सिंह जी और सरदार जगतार सिंह जी। मैं जी आया आखदा। थैंक यू। शुक्रिया। ਹੁਣੇ ਹੁਣੇ ਤਿੰਨ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਦਾ ਸਿੱਧਾ ਸਬੰਧ ਸਟੇਟ ਦੀ ਰਾਜਨੀਤੀ ਨਾਲ ਹੈ। ਭਰਤਿੰਦਰ ਸਿੰਘ ਚਾਹਲ ਜਿਹੜੇ ਕਿ ਸਾਬਕਾ ਸਲਾਹਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ, ਉਹਨਾਂ ਦੀ ਜ਼ਮਾਨਤ ਅਰਜੀ ਖਾਰਜ ਹੋ ਜਾਂਦੀ ਹੈ। ਥੋੜੀ ਦੇਰ ਪਹਿਲਾਂ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਾਫੀ ਤਲਖ ਸੀ ਮਾਹੌਲ, ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ MLA ਜਿਹੜਾ ਉਹਨਾਂ ਦੇ ਯੂਥ ਵਿੰਗ ਦਾ ਪ੍ਰਧਾਨ ਹੈ ਉਹ ਵੀ ਮੌਕੇ ਤੇ ਹਾਜ਼ਰ ਸੀ, ਜਿੱਥੇ ਕਾਫੀ ਤਲਖੀ ਹੋ ਰਹੀ ਸੀਗੀ। ਔਰ ਤਲਖੀ ਦੇ ਕਾਰਨ ਇਹ ਬੜੇ ਅਹਿਮ ਨੇ। ਪੰਜਾਬ ਦੇ ਵਿੱਚ ਸਟੂਡੈਂਟ ਪੋਲਿਟਿਕਸ, ਪੰਜਾਬ ਦੇ ਵਿੱਚ ਸਟੂਡੈਂਟ ਯੂਨੀਅਨਸ ਦੀ ਜਿਹੜੀ ਰਾਜਨੀਤੀ ਹੈ ਉਹ ਕਾਫੀ ਦੇਰ ਤੋਂ ਲਗਭਗ ਮਰ ਮੁੱਕ ਗਈ। ਜੇ ਪੰਜਾਬ ਯੂਨੀਵਰਸਿਟੀ ਵਿੱਚ ਹੈ ਤਾਂ ਉਹਦੇ ਵਿੱਚ ਪੋਲਿਟਿਕਸ ਪਾਰਟੀ ਪੱਧਰ ਤੇ ਕਿੰਨੀ ਕੁ ਘਰ ਕਰ ਗਈ ਆ, ਔਰ ਉੱਥੇ ਪ੍ਰਬੰਧ ਕੀ ਨੇ। ਜੇ ਮਾਰਕੁਟਾਈ ਵਰਗੀਆਂ ਘਟਨਾਵਾਂ ਵਾਪਰ ਜਾਣ ਜਾਂ ਬਾਕੀ ਉਹਦੇ ਤੇ ਵੀ ਜਾਂਦੇ ਆ। ਤੇ ਤੀਜਾ ਮਾਮਲਾ ਜਿਹੜਾ ਥੋੜੀ ਦੇਰ ਪਹਿਲਾਂ ਬਹੁਤ ਹੀ ਅਹਿਮ, ਅਤ ਅਹਿਮ, ਕਿਸਾਨੀ ਦਾ ਸਮਝੌਤਾ ਹੋ ਜਾਂਦਾ ਹੈ ਪ੍ਰਸ਼ਾਸਨ ਨਾਲ। ਪ੍ਰਸ਼ਾਸਨ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਤੋਂ ਬਾਅਦ ਲੌਂਗੋਵਾਲ ਵਾਲੇ ਧਰਨੇ ਨੂੰ ਲੈ ਕੇ, ਅੰਦੋਲਨ ਨੂੰ ਲੈ ਕੇ ਗੱਲ ਕਿਸੇ ਪਾਸੇ ਲੱਗਦੀ ਨਜ਼ਰ ਆ ਰਹੀ ਹੈ। ਕਿਹੜੇ ਕਿਹੜੇ ਮਾਮਲੇ ਉਹਦੇ ਚ ਹੱਲ ਹੋਏ ਆ ਇਹ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਆ। ਲੇਕਿਨ ਇਸ ਤੋਂ ਥੋੜਾ ਜਿਹਾ ਅੱਗੇ ਜਾਂਦੇ ਆ ਇਹ ਵੀ ਜ਼ਰੂਰ ਜ਼ਿਕਰ ਕਰਾਂਗੇ, ਮੈਂ ਗੁਰਦਾਸਪੁਰ ਤੋਂ ਆਉਣਾ ਹੈ, ਮੇਰਾ ਪਿਛੋਕੜ ਗੁਰਦਾਸਪੁਰ ਦਾ ਹੈ। ਸਰਦਾਰ ਜਗਤਾਰ ਸਿੰਘ ਜੀ ਤੁਹਾਡੇ ਨਾਲ ਇਹ ਜ਼ਰੂਰ ਸਾਂਝ ਪਾਉਣਗੇ ਕਿਉਂਕਿ ਸਨੀ ਦਿਓਲ ਨੇ ਅਨਾਉਂਸਮੈਂਟ ਕਰਤੀ ਕਿ ਮੈਂ ਹੁਣ ਪੋਲਿਟਿਕਸ ਵਿੱਚ ਹੋਰ ਅੱਗੇ ਨਹੀਂ ਜਾਊਂਗਾ। ਕੀ ਇਹ 5 ਸਾਲ ਜਾਂ 4.5 ਸਾਲ ਪਹਿਲਾਂ ਨਹੀਂ ਸੀ ਯਾਦ? ਤੁਸੀਂ ਡਿਪਲੋਮੈਟਿਕ ਪਾਸਪੋਰਟ ਦੇ ਉੱਤੇ ਦੁਨੀਆ ਦੀਆਂ ਸੈਰਾਂ ਕੀਤੀਆਂ ਹੋਣਗੀਆਂ, ਤੁਸੀਂ ਦਿੱਲੀ ਦੇ ਵਿੱਚ ਲੋਕਾਂ ਦੇ ਸਿਰੋਂ ਘਰ ਲਿਆ ਹੋਊਗਾ ਸਰਕਾਰੀ ਖਾਤੇ 'ਚ, ਔਰ ਸਾਰੀਆਂ ਚੀਜ਼ਾਂ ਦੇ ਸਮਾਨਾਂਤਰ ਇੱਥੇ ਗਲਤੀ ਤੁਹਾਡੀ ਹੈ ਕਿ ਬੀਜੇਪੀ ਦੀ ਆ ਜਿਹੜੀ ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ। ਸੁਖਬੀਰ ਸਿੰਘ ਬਾਦਲ ਦਾ ਇੱਕ ਟਵੀਟ ਵੀ ਅਹਿਮ ਆ, ਉਹਦੇ ਤੇ ਗੱਲ ਕਰਦੇ ਆ। ਇਹ ਸਾਰੇ ਮਾਮਲੇ ਅੱਗੇ ਵਧਾਉਂਦੇ ਆ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਕਿ ਕਿਸਾਨ ਜਥੇਬੰਦੀਆਂ ਦੀ ਪ੍ਰਸ਼ਾਸਨ ਨਾਲ ਮੁੱਕ ਗਈ। ਕੀ ਮੁੱਕੀ ਆ? ਕਿੰਨਾ ਸ਼ਰਤਾਂ ਤੇ ਮੁੱਕੀ ਆ? ਕੀ ਅੰਦੋਲਨ ਵੀ ਮੁੱਕ ਗਿਆ? ਅਸਲ 'ਚ ਤੀਜੇ ਦਿਨ ਸੀ, ਤੀਜੇ ਦਿਨ ਗੱਲ ਚੱਲੀ ਪਹਿਲਾਂ ਹੇਠਲੇ ਅਧਿਕਾਰੀਆਂ ਤੇ ਫਿਰ ਸੀਨਾ IG ਸੀਨਾ ਜਿਹੜੇ ਪਟਿਆਲਾ ਰੇਂਜ ਦੇ ਨੇ, ਔਰ ਉਹਦੇ ਨਾਲ DIG ਭਾਰਗਵ ਔਰ ਬਾਕੀ ਅਧਿਕਾਰੀ ਰਹੇ ਤੇ ਜਸਕਰਨ ਸਿੰਘ ਵੀ ਸ਼ਾਮਲ ਹੋਏ ਉਸ ਮੀਟਿੰਗ ਦੇ ਵਿੱਚ। ਲਗਾਤਾਰ ਚੱਲੀ ਹੈ ਔਰ ਇਹ ਮੀਟਿੰਗ ਪ੍ਰਸ਼ਾਸਨ ਜਾਂ ਪੋਲੀਟੀਕਲ ਹਾਇਰਾਰਕੀ ਨਾਲ ਨਹੀਂ ਹੋਈ, ਇਹ ਮੀਟਿੰਗ ਪੁਲਿਸ ਤੇ ਕਿਸਾਨਾਂ ਦੀ ਹੋਈ ਹੈ। ਇਹ ਬੜੀ ਅਜੀਬ ਗੱਲ ਹੁੰਦੀ ਹੈ ਕਿ ਸੈਟਲਮੈਂਟ ਦੇ ਵਾਸਤੇ ਕਿਸਾਨਾਂ ਨੂੰ, ਜਿਵੇਂ ਕ੍ਰਾਈਮ ਦਾ ਇੱਕ ਪਹਿਲੂ ਹੁੰਦਾ ਇਕੱਲਾ ਤੇ ਕ੍ਰਿਮੀਨਲ ਐਂਗਲ ਹੁੰਦਾ ਤੇ ਉਹਦੇ ਚ ਪੁਲਿਸ ਔਰ ਕਿਸਾਨ ਹੀ ਕਰਨਗੇ। ਇਹ ਟ੍ਰੈਂਡ ਬਹੁਤ ਖਤਰਨਾਕ ਹੈ। ਬਾਕੀ ਚੀਜ਼ਾਂ ਚਲੋ ਅਲੱਗ ਹੈ ਕਿ ਕੀ ਉਹਦੇ ਸੈਟਲ ਹੋਇਆ ਕੀ ਨਹੀਂ ਹੋਇਆ। ਆਫਟਰ ਆਲ ਪੁਲਿਸ ਵੀ ਜੇ ਇੱਕ ਆਧਾਰ ਤਿਆਰ ਕਰਦੀ ਹੈ, ਪਰ ਫਾਈਨਲੀ ਜਿਹੜਾ ਐਗਰੀਮੈਂਟ ਤਾਂ ਜਾ ਕੇ ਕਿਸੇ ਸਿਵਲ ਅਥਾਰਟੀ ਚ ਹੋਣਾ ਹੁੰਦਾ ਨਾ, ਚਾਹੇ ਉਹ ਡਿਪਟੀ ਕਮਿਸ਼ਨਰ ਹੈ ਕਿਉਂ ਨਾ ਹੋਵੇ ਜਾਂ ਬਾਕੀ ਦੇ ਕੋਈ ਲੋਕ, ਚਾਹੇ ਉਹ ਗਵਰਨਮੈਂਟ ਦਾ ਭੇਜਿਆ ਕੋਈ ਬਿਊਰੋਕਰੇਟ ਉੱਪਰੋਂ ਹੋਵੇ ਜਾਂ ਪੋਲੀਟੀਕਲ ਆਦਮੀ ਹੋਣ ਉਸ ਮਾਮਲੇ ਦੇ ਵਿੱਚ। ਪਰ ਫਿਰ ਵੀ ਚਲੋ ਇਹ ਇੱਕ ਗੱਲ ਹੋਈ ਹੈ ਇਸ ਮਾਮਲੇ 'ਚ, ਔਰ ਉਹਦੇ 'ਚ ਇਹ ਮੰਨਿਆ ਗਿਆ, ਵਾਅਦਾ ਕੀਤਾ ਪੁਲਿਸ ਅਫਸਰਾਂ ਨੇ ਉਹਨਾਂ ਦੇ ਨਾਲ, ਜੋ ਉਹਨਾਂ ਦੀਆਂ ਡਿਮਾਂਡ ਸੀ ਕਿ ਜਿਹੜਾ ਪ੍ਰੀਤਮ ਸਿੰਘ ਮੰਡੇਰ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਸ ਦਿਨ ਪਹਿਲੇ ਦਿਨ ਹੀ ਜਦੋਂ ਰੋਕ ਰਹੇ ਸੀ ਇੱਧਰ ਨੂੰ ਟੋਲ ਪਲਾਜ਼ਾ ਤੇ ਆਉਂਦੇ, ਉਹਨਾਂ ਨੂੰ 10 ਲੱਖ ਰੁਪਈਆ ਉਹਨਾਂ ਦੇ ਪਰਿਵਾਰ ਨੂੰ ਤੇ ਇੱਕ ਸਰਕਾਰੀ ਨੌਕਰੀ ਤੇ ਜਿਹੜਾ ਕਰਜ਼ਾ ਹੈ ਪਰਿਵਾਰ ਦੇ ਸਿਰ ਉਹ ਮਾਫੀ ਦੀ ਗੱਲ ਹੈ ਮੰਨੀ ਗਈ ਹੈ। ਜਿਹੜਾ ਕਿਸਾਨਾਂ ਦੇ ਤਰਫ ਤੋਂ ਜਾਰੀ ਆਪਣਾ ਦਾਅਵੇਦਾਰੀ ਹੈ। ਹਜੇ ਗੌਰਮੈਂਟ ਕੋਲੋਂ ਕੋਈ ਓਫੀਸ਼ੀਅਲ ਵਰਡ ਨਹੀਂ ਅਜੇ ਤੱਕ ਆਇਆ ਜਾਂ ਪੁਲਿਸ ਵੱਲੋਂ ਕੋਈ ਨਹੀਂ ਓਫੀਸ਼ੀਅਲ ਵਰਡ ਆਇਆ। ਇਹ ਕਿਸਾਨੀ ਸਾਈਡ ਦਾ ਵਰਜਨ ਹੈ ਫਿਲਹਾਲ ਹਜੇ ਤੱਕ। ਔਰ ਦੂਜੀ ਗੱਲ ਇਹ ਹੈ ਕਿ ਇਹ ਸਾਰੇ ਮਾਮਲੇ ਦੇ ਵਿੱਚ ਜਿਹੜੇ ਹੋਰ ਜ਼ਖਮੀ ਹੋਏ, ਕਈਆਂ ਤੇ ਕਾਫੀ ਸੱਟਾਂ ਲੱਗੀਆਂ ਨੇ, ਹਸਪਤਾਲ 'ਚ ਸੀਗੇ ਕੁਝ ਬੰਦੇ, ਉਹਨਾਂ ਨੂੰ 2-2 ਲੱਖ ਰੁਪਇਆ ਤੇ ਜਿਹੜੇ ਘੱਟ ਜ਼ਖਮੀ ਹੋਏ ਪਰ ਜ਼ਖਮੀ ਹੋਏ ਜਿਨ੍ਹਾਂ ਦੇ ਥੋੜੇ ਜ਼ਖਮ ਸੀ ਉਹਨਾਂ ਦੇ ਪਰਿਵਾਰ ਨੂੰ 1 ਲੱਖ ਰੁਪਇਆ ਜਾਂ ਉਹਨਾਂ ਨੂੰ 1-1 ਲੱਖ ਰੁਪਇਆ ਹੀ ਦਿੱਤਾ ਜਾਏਗਾ। ਤੇ ਇਹਦੇ ਤੋਂ ਇਲਾਵਾ ਜਿਹੜੇ ਹੜ੍ਹਾਂ ਦੀ ਗੱਲ ਹੈ ਜਾਂ ਬਾਕੀ ਦੀਆਂ ਗੱਲਾਂ ਨੇ ਉਹਦੇ ਤੇ ਤੁਰੰਤ ਮੁਆਵਜ਼ੇ ਦਾ ਜਿਹੜਾ ਸਵਾਲ ਹੈ ਵੀ ਜਿਹੜਾ ਤੁਹਾਡੇ ਦਾਇਰੇ ਦੇ ਵਿੱਚ ਆਉਂਦਾ ਸਟੇਟ ਗਵਰਨਮੈਂਟ ਦੇ ਦਾਇਰੇ 'ਚ, ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਕਿ ਸਾਡਾ ਤਾਂ ਪਹਿਲੇ ਦਿਨ ਤੋਂ ਹੀ ਮੋਰਚਾ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ ਹੈ, ਤੁਸੀਂ ਵਿੱਚ ਸਾਨੂੰ ਰੋਕ ਕੇ ਜਾਏ ਜਿਹੜੀ ਦਖਲਅੰਦਾਜ਼ੀ ਕੀਤੀ ਹੈ। ਇੱਕ ਹੋਰ ਗੱਲ ਜਿਹੜੀ ਨਾਰਮਲੀ ਮੂਵਮੈਂਟਾਂ ਦੀ ਡਿਮਾਂਡ ਹੀ ਹੁੰਦੀ ਹੈ, ਹਜੇ ਕੱਲ ਹੀ ਪਰਚਾ ਦਰਜ ਕੀਤਾ 18 ਬੰਦਿਆਂ ਖਿਲਾਫ ਡਿਵਾਈ ਨੇਮ ਤੇ 307 ਦਾ ਤੇ 30-35 ਬੰਦਿਆਂ ਖਿਲਾਫ ਵੈਸੇ ਜਿਹੜਾ ਗੈਰ ਮਾਲੂਮ ਬੰਦੇ ਕਹਿੰਦੇ ਨੇ, ਨਾਮਲੂਮ ਜਿਹੜੇ ਨਹੀਂ ਪਤਾ ਜਿਨ੍ਹਾਂ ਨੂੰ ਮਰਜ਼ੀ ਪਾਓ ਉਹਨਾਂ 'ਚ। ਔਰ ਇਹਦੇ ਲਈ ਜਿਹੜਾ ਸਮਝੌਤੇ ਦੇ ਮਾਹੌਲ ਕੱਲ ਹੀ ਤਿਆਰ ਹੋ ਗਿਆ ਸੀ। ਕੱਲ ਹੀ ਸਰਕਾਰ ਮੰਨ ਗਈ ਸੀ ਕਿ ਤੁਹਾਡੇ ਆਗੂ ਜਿਹੜੇ ਫੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਦਿੰਦੇ ਆ, ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਰਿਹਾ ਕਰ ਦਿੰਦੇ ਆ। ਔਰ
ਇਸ ਗੱਲਬਾਤ 'ਚ ਇਸੇ ਕਰਕੇ ਜਸਵਿੰਦਰ ਲੌਂਗੋਵਾਲ ਜਿਹੜੇ ਥਾਣੇ 'ਚ ਗੱਲ ਹੋਈ ਹੈ, ਜਸਵਿੰਦਰ ਸਿੰਘ ਫੜਿਆ ਹੋਇਆ ਸੀ, ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਹੈ ਉਗਰਾਹਾਂ ਗਰੁੱਪ ਤੋਂ ਅਲੱਗ, ਉਹਦਾ ਮੇਨ ਲੀਡਰ ਉਹੀ ਹੈ। ਔਰ ਪਹਿਲਾਂ ਉਹ ਵਾਈਸ ਪ੍ਰੈਜ਼ੀਡੈਂਟ ਸੀ ਉਗਰਾਹਾਂ ਗਰੁੱਪ ਦਾ, ਜਦੋਂ ਉਗਰਾਹਾਂ ਗਰੁੱਪ ਉਹ ਸੀ, ਉਹਨੂੰ ਛੱਡਿਆ ਗਿਆ, ਉਹ ਮੀਟਿੰਗ ਦੇ ਵਿੱਚ ਸ਼ਾਮਲ ਸੀ। ਇਹ ਵੀ ਸਰਜੀਤ ਫੂਲ ਵੀ ਮੀਟਿੰਗ ਦੇ ਵਿੱਚ ਸ਼ਾਮਲ ਸੀ, ਡਿਫਰੈਂਟ ਟਾਈਪ ਦੇ ਹੋਰ ਜਿਹੜੇ ਆਗੂ ਉਸ ਸ਼ਾਮਲ ਸੀ। ਇੱਥੇ ਦਾ ਹੋ ਗਿਆ, ਪਰ ਅਗਲਾ ਹੁਣ ਇਹ ਹੋ ਗਿਆ ਕਿ ਕਿਉਂਕਿ ਮੋਰਚਾ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ ਹੈ ਤੇ ਇਸ ਕਰਕੇ ਮੋਰਚੇ ਜਾਰੀ ਰਹਿਣਗੇ, ਇਨਕਲੂਡਿੰਗ ਜਿਹੜਾ ਲੌਂਗੋਵਾਲ ਥਾਣੇ ਦੇ ਸਾਹਮਣੇ ਚੱਲ ਰਿਹਾ ਉਹਦੇ ਤੇ ਜਿੰਨਾ ਚਿਰ ਕੋਈ ਨੈਗੋਸ਼ੀਏਸ਼ਨ। ਪਤਾ ਇਹ ਚੱਲਿਆ ਕਿ ਬੈਕਡੋਰ ਜਿਹੜੀ ਗੱਲਬਾਤ ਹੋ ਰਹੀ ਹੈ ਕਿ ਪੰਜਾਬ ਗਵਰਨਮੈਂਟ ਨੇ ਇਹ ਗੱਲ ਵੀ ਕੀਤੀ ਹੈ ਕਿ ਅਸੀਂ ਟਰਾਈ ਕਰ ਰਹੇ ਹਾਂ ਗਵਰਨਮੈਂਟ ਆਫ ਇੰਡੀਆ ਨਾਲ ਮੀਟਿੰਗ ਅਰੇਂਜ ਹੋ ਜਾਏ ਕੋਈ, ਔਰ ਵੀ ਇਹਨੂੰ ਅਸੀਂ ਕੋਸ਼ਿਸ਼ ਕਰਾਂਗੇ, ਚਾਹੇ ਕਿਸੇ ਮਿਨਿਸਟਰ ਨੂੰ ਮਿਲਦੇ ਆ, ਤਾਲਮੇਲ ਕੀਤਾ ਹੋਇਆ ਕੱਲ ਤੋਂ ਟਰਾਈ ਕਰ ਰਹੀ ਹੈ ਵੈਸੇ ਪੰਜਾਬ ਗਵਰਨਮੈਂਟ ਆਫ ਇੰਡੀਆ ਦਾ। ਹਜੇ ਕੋਈ ਬੰਦਾ ਇਸ ਗੱਲ ਦੇ ਨੈਗੋਸ਼ੀਏਸ਼ਨ ਲਈ ਤਿਆਰ ਨਹੀਂ ਕਰ ਪਾਈ ਪੰਜਾਬ ਦੀ ਸਰਕਾਰ। ਬਿਆਨ ਚਾਹੇ ਜਿੰਨੇ ਮਰਜ਼ੀ ਟਰਾਈ, ਕਾਫੀ ਸੀਰੀਅਸ ਟਰਾਈ ਲਗਭਗ ਹੋ ਰਹੀ ਹੈ। ਹੁਣ ਇਹ ਪੰਜਾਬ ਗਵਰਨਮੈਂਟ ਦੇ ਆਪਦੇ ਰੁਤਬੇ ਦਾ ਸਵਾਲ ਹੈ ਕਿ ਉਹ ਕਰਵਾ ਸਕਦੀ ਹੈ ਮੀਟਿੰਗ, ਨਹੀਂ ਕਰਵਾ ਸਕਦੀ ਹੈ, ਜਾਂ ਫਿਰ ਆਪ ਫਿਰ ਖੜੂਗੀ ਉਸ ਮਾਮਲੇ ਦੇ ਉੱਤੇ ਜਿਹੜੇ ਬਾਕੀ ਦੇ ਸਵਾਲ ਨੇ। ਇਹ ਗੱਲ ਅਜੇ ਵਿੱਚ ਪਈ ਹੋਈ ਹੈ ਗਵਰਨਮੈਂਟ ਆਫ ਇੰਡੀਆ ਦੇ ਮਾਮਲੇ ਜੀ। ਸਰਦਾਰ ਜਗਤਾਰ ਸਿੰਘ ਜੀ, ਇਹ ਵੀ ਗੱਲ ਜਿਹੜੇ ਮੁਲਾਂਕਣ ਕਰਨ ਵਾਲੇ ਲੋਕ ਹੈ, ਸਿਆਣੇ ਲੋਕ ਹੈ, ਜਿਹੜੇ ਪੋਲਿਟਿਕਸ ਤੇ ਨਜ਼ਰ ਰੱਖਦੇ ਆ, ਉਹਨਾਂ ਦੇ ਮਨ 'ਚ ਇਹ ਗੱਲ ਲਗਾਤਾਰ ਚੱਲ ਰਹੀ ਹੈ ਔਰ ਬਹਿਸ ਵਿੱਚ ਵੀ ਹੈ ਕਿ ਜੇਕਰ ਬਾਅਦ ਦੇ ਵਿੱਚ ਗੱਲ ਸਮਝੌਤਿਆਂ ਤੇ ਮੁੱਕਣੀ ਹੁੰਦੀ ਹੈ ਤਾਂ ਫਿਰ ਸਖਤੀ ਕਰਨ ਦੀ ਕੀ ਲੋੜ ਆ। ਜੇਕਰ ਤੁਸੀਂ ਸ਼ੁਰੂ ਦੇ ਵਿੱਚ ਹੀ ਇਹਨੂੰ ਠੀਕ ਤਰੀਕੇ ਨਾਲ ਹੈਂਡਲ ਕਰ ਲੈਂਦੇ ਹੋ, ਹਰ ਵਾਰੀ ਹਰ ਮਾਮਲੇ 'ਚ ਪੁਲਿਸ ਨੂੰ ਅੱਗੇ ਕਰਨਾ ਔਰ ਸਟੇਟ ਨੂੰ ਇੱਕ ਤਰ੍ਹਾਂ ਨਾਲ ਪੁਲਿਸ ਸਟੇਟ ਬਣਾ ਦੇਣਾ, ਇਹਨੂੰ ਕਿੰਨਾ ਕੁ ਜਾਇਜ਼ ਮੰਨਿਆ ਜਾਵੇ। ਦੂਜੀ ਗੱਲ ਕਿ ਜਿਹੜੀ ਪਾਰਟੀ ਆਲਰੇਡੀ ਇਹਨਾਂ ਚੀਜ਼ਾਂ 'ਚੋਂ ਆਈ ਹੈ, ਭਗਵੰਤ ਮਾਨ ਲਗਾਤਾਰ ਰਿਵੋਲਟ ਕਰਦੇ ਆ ਔਰ ਉਹ ਸਿਸਟਮ ਦੇ ਖਿਲਾਫ ਬਗਾਵਤ ਕਰਦੇ ਆ। ਜਦੋਂ ਪਹਿਲਾਂ ਸ਼ੁਰੂ 'ਚ ਵਿਅੰਗ ਕਰਦੇ ਆ, ਸਾਰੀਆਂ ਕੈਸਟਾਂ ਸਿਸਟਮ ਦੇ ਖਿਲਾਫ ਵਿਅੰਗ ਨਾਲ ਭਰੀਆਂ ਹੋਈਆਂ ਔਰ ਬੜਾ ਤਿੱਖਾ ਸਟਾਇਰ ਆ। ਸੋ ਮੈਂ ਸਮਝਣਾ ਚਾਹੁੰਦਾ ਤੁਹਾਡੇ ਕੋਲ ਕਿ ਅੱਜ ਵੀ ਤਾਂ ਅਸੀਂ ਉਹੀ ਗੱਲਾਂ ਕੀਤੀਆਂ, ਹੁਣ ਸਾਰੇ ਕੇਸ ਵਾਪਸ ਹੋਣੇ ਨੇ, ਸਾਰੇ ਬੰਦਿਆਂ ਦੇ ਇਲਾਜ ਵੀ ਕਰਾਏ ਜਾਣੇ ਆ, ਮੁਆਵਜ਼ੇ ਵੀ ਦਿੱਤੇ ਜਾਣੇ ਆ। ਸੋ ਇਹ ਸਾਰੀ ਕਵਾਇਦ ਫਿਰ ਕੀ ਹੁੰਦੀ ਹੈ? ਕੀ ਇਹ ਸਾਰੀਆਂ ਚੀਜ਼ਾਂ ਫਿਰ ਜਦੋਂ ਇਹ ਵੀ ਗੱਲ ਆਉਂਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਕੌਣ ਕਿਹਦੇ ਨਾਲ, ਧੜੇਬੰਦੀਆਂ ਦੇ ਵਿੱਚੋਂ ਕੌਣ ਜ਼ਿਆਦਾ ਅਹਿਮ, ਕਿਹੜਾ ਜ਼ਿਆਦਾ ਵੱਡਾ ਹੋਣਾ ਚਾਹੁੰਦਾ, ਇਹ ਲੜਾਈਆਂ ਵੀ ਵਿੱਚੋਂ ਆਪਾਂ ਦੇਖੀਆਂ ਨੇ। ਤੇ ਫਿਰ ਇਹਦੇ ਵਿੱਚ ਜਿਹੜੀ ਸਟੇਟ ਦਾ ਨੁਕਸਾਨ ਹੁੰਦਾ, ਜਿਹੜੇ ਸੈਂਟੀਮੈਂਟਸ ਦੀ ਗੱਲ ਆਉਂਦੀ ਆ, ਜਿੱਥੇ ਪੱਗਾਂ ਉਤਰ ਜਾਂਦੀਆਂ ਨੇ, ਜਿੱਥੇ ਬਜ਼ੁਰਗ ਲੋਕ, ਜਿਹੜਾ ਹੁਣ ਬੰਦਾ ਚਲੇ ਗਿਆ ਉਹਦੇ ਪਰਿਵਾਰ ਨੂੰ ਭਾਵੇਂ ਜੋ ਮਰਜ਼ੀ ਮਿਲ ਜੇ, ਉਹਦੀ ਜਾਨ ਤਾਂ ਗਈ ਨਾ। ਸੋ ਇਹ ਸਾਰੇ ਸਵਾਲ ਕੋਈ ਐਡਰੈਸ ਹੀ ਨਹੀਂ ਕਰਦਾ। ਇੰਨੀ ਅਸੰਵੇਦਨਸ਼ੀਲਤਾ ਕਿੱਥੇ ਜਾ ਕੇ ਮੁੱਕੂਗੀ? ਇਹ ਜਿਹੜੀ ਸਮੱਸਿਆ ਕਈ ਲੈਵਲ ਤੇ ਹੈਗੀ ਹੈ, ਸਰਕਾਰ ਦੇ ਲੈਵਲ ਤੇ ਵੀ ਤੇ ਕਿਸਾਨ ਜਥੇਬੰਦੀਆਂ ਦੇ ਲੈਵਲ ਤੇ, ਦੋਵੇਂ ਪਾਸੇ ਸੋਚਣ ਵਾਲੀ ਗੱਲ ਹੈ ਵੀ ਸਾਰੀਆਂ ਸਿਚੁਏਸ਼ਨ ਜਿਹੜੀਆਂ ਹੈਗੀਆਂ, ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ, ਉਹ ਕਿਵੇਂ ਟੇਕ ਅਪ ਹੋਣਗੀਆਂ ਤੇ ਸਰਕਾਰ ਦਾ ਐਟੀਟਿਊਡ ਕੀ ਹੋਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਇਹ ਕਿ ਇਸ਼ੂਜ਼ ਪੋਲੀਟੀਕਲ ਹੁੰਦੇ ਆ ਤੇ ਇਹਨਾਂ ਨੂੰ ਪੁਲਿਸ ਨੂੰ ਅੱਗੇ ਕਰਕੇ ਜਦੋਂ ਸਰਕਾਰਾਂ ਰਿਜ਼ਾਲਵ ਕਰਨ ਦੀ ਕੋਸ਼ਿਸ਼ ਕਰਦੀਆਂ, ਉੱਥੇ ਇਹ ਸਮੱਸਿਆ ਖੜੀ ਹੋ ਜਾਂਦੀ ਹੈ ਜੀ। ਸਰਕਾਰ ਨੇ ਜਿਹੜੇ ਪ੍ਰੀਐਮਪਟਿਵ ਅਰੈਸਟ ਕੀਤੀਆਂ ਕਿਸਾਨ ਲੀਡਰਾਂ ਦੀਆਂ, ਉਹਨੇ ਕਿਸਾਨਾਂ ਨੂੰ ਪ੍ਰਵੋਕ ਕਰਤਾ। ਇਸ਼ੂ ਤਾਂ ਸੀ ਕਿ ਚੰਡੀਗੜ੍ਹ ਦੇ ਵਿੱਚ ਆ ਕੇ ਉਹਨਾਂ ਨੇ ਇੱਥੇ ਧਰਨਾ ਮਾਰਨਾ ਸੀਗਾ। ਸਰਕਾਰ ਕੇਂਦਰ ਦੇ ਖਿਲਾਫ ਐਜੀਟੇਸ਼ਨ ਹੈ ਕਿਉਂਕਿ ਕੰਪਨਸੇਸ਼ਨ ਵਧਾਉਣ ਦੀ ਗੱਲ ਹੈ ਤੇ ਨੈਸ਼ਨਲ ਡਾਇਜੈਸਟਰ ਰਿਲੀਫ ਫੰਡ ਦੇ ਵਿੱਚੋਂ ਪੈਸੇ ਆਉਣੇ ਹੈ, ਉਹ ਸੈਂਟਰ ਜਦ ਤੱਕ ਨਹੀਂ ਵਧਾਉਂਦਾ ਉਹ ਤਾਂ ਗੱਲ ਨਹੀਂ ਬਣਦੀ। ਸਟੇਟ ਤਾਂ ਆਪਣਾ ਹਿੱਸਾ ਦੇ ਸਕਦੀ ਹੈ, ਸਟੇਟ ਆਪਣਾ ਹਿੱਸਾ ਅਨਾਉਂਸ ਕਰ ਦੇਵੇ ਤੇ ਬਾਕੀ ਸੈਂਟਰ ਨੂੰ ਅਪਰੋਚ ਕਰੇ। ਇਹ ਰੌਲਾ ਬਹੁਤਾ ਪੈਂਦਾ ਨਹੀਂ ਸੀਗਾ, ਲੇਕਿਨ ਜਿਸ ਢੰਗ ਨਾਲ ਸਟੇਟ ਗੌਰਮੈਂਟ ਨੇ ਇਹ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਨਾਲ ਪ੍ਰੋਵੋਕੇਸ਼ਨ ਹੁੰਦੀ ਹੈ। ਕੱਲ ਜੋ ਕੁਛ ਲੌਂਗੋਵਾਲ ਦੇ ਵਿੱਚ ਹੋਇਆ ਉਹ ਅਵੋਇਡੇਬਲ ਸੀਗਾ। ਪੁਲਿਸ ਐਕਸ਼ਨ ਦੀ ਕੋਈ ਲੋੜ ਨਹੀਂ ਸੀਗੀ, ਲੋਕਾਂ ਨੂੰ ਰੋਕਣ ਦੀ ਕੋਈ ਲੋੜ ਨਹੀਂ ਸੀ। ਤੁਸੀਂ ਸਟੇਟ ਨੂੰ ਕੰਟਰੋਲਮੈਂਟ ਬਣਾ ਛੱਡਦੇ ਆ, ਜਦੋਂ ਵੀ ਕੋਈ ਐਜੀਟੇਸ਼ਨ ਹੁੰਦੀ ਹੈ ਪੁਲਿਸ ਲਿਆ ਕੇ ਖੜੀ ਕਰ ਦਿੰਦੇ ਹਰ ਥਾਂ ਤੇ। ਇਹਦੀ ਕੀ ਲੋੜ ਹੁੰਦੀ ਹੈ? ਤੁਸੀਂ ਇੱਕ ਦਿਨ ਪਹਿਲਾਂ ਵੀ ਪੋਲੀਟੀਕਲ ਲੈਵਲ ਤੇ ਤੁਸੀਂ ਚੈਨਲ ਓਪਨ ਹਮੇਸ਼ਾ ਕਰ ਸਕਦੇ ਹੋ, ਸਰਕਾਰ ਦੀ ਕੈਪੈਸਿਟੀ ਹੁੰਦੀ ਹੈ। ਸਰਕਾਰ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਸੀਗਾ ਕਿ ਪਹਿਲਾਂ ਹੀ ਚੈਨਲ ਓਪਨ ਕਰਕੇ ਤੇ ਇਸ ਇਸ਼ੂ ਨੂੰ ਸ਼ੋਡਾਊਨ ਤੋਂ ਰੋਕਿਆ ਜਾ ਸਕਦਾ ਸੀਗਾ। ਨਹੀਂ, ਪਰ ਸਰਦਾਰ ਜਗਤਾਰ ਸਿੰਘ ਜੀ, ਜਦੋਂ ਇਹ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰ ਰਹੇ ਸੀਗੇ, ਜਦੋਂ ਮੁੱਖ ਮੰਤਰੀ ਵਾਲੇ ਲੋਕ ਬੈਠੇ ਸੀਗੇ, ਇਹਨਾਂ ਨੂੰ ਕਨਵਿੰਸ ਕੀਤਾ ਜਾ ਸਕਦਾ ਸੀ। ਜਿਹੜੀ ਗੱਲ ਸਰਦਾਰ ਹਮੀਰ ਸਿੰਘ ਜੀ ਨੇ ਕਹੀ ਆ ਕਿ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰ ਰਹੀ ਹੈ ਕਿ ਇਹਨਾਂ ਦੀ ਮੀਟਿੰਗ ਅਰੇਂਜ ਕਰਾ ਦਿਓ ਜਾਂ ਇਹਨਾਂ ਮਾਮਲਿਆਂ ਦੇ ਉੱਤੇ ਕੇਂਦਰ ਨਾਲ ਕੋਈ ਨਵਾਂ ਚੈਨਲ ਸ਼ੁਰੂ ਹੋ ਜਾਏ।
ਕੀ ਉਸ ਦਿਨ ਸਰਵਣ ਸਿੰਘ ਪੰਧੇਰ ਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਨਹੀਂ ਸੀ ਕੀਤਾ ਜਾ ਸਕਦਾ ਕਿ ਅਸੀਂ ਤੁਹਾਡੀ ਗੱਲ ਕੇਂਦਰ ਨਾਲ ਪਹੁੰਚਾਉਂਦੇ ਆ, ਤੁਸੀਂ 22 ਦੀ ਬਜਾਏ ਤੁਸੀਂ 30 ਤੇ ਲੈ ਜਾਓ ਇਹਨੂੰ? ਕੀ ਇਹ ਸਾਰਾ ਕੁਝ ਸਕ੍ਰਿਪਟਡ ਵੀ ਕਿਸੇ ਵੇਲੇ ਹੋ ਜਾਂਦਾ? ਕਿਉਂਕਿ ਦੋਸ਼ ਲੱਗ ਰਿਹਾ ਦੱਬੀ ਜ਼ਬਾਨ 'ਚ ਕਈ ਜਿਹੜੀਆਂ ਫਾਰਮ ਯੂਨੀਅਨ ਹੈਗੀਆਂ ਨੇ, ਕਈ ਖੇਤੀ ਯੂਨੀਅਨ ਜਿਹੜੀਆਂ ਹੈਗੀਆਂ ਨੇ, ਉਹ ਸਾਰੀਆਂ ਇਹ ਗੱਲਾਂ ਕਰ ਰਹੀਆਂ ਨੇ। ਮੈਂ ਓਪਨਿੰਗ ਇੱਥੋਂ ਕੀਤੀ ਸੀ ਕਿ ਇਹ ਮਲਟੀ ਲੇਅਰਡ ਪ੍ਰੋਬਲਮ ਹੈਗੀ ਹੈ, ਸਰਕਾਰ ਵਾਲੇ ਪਾਸਿਓਂ ਵੀ ਤੇ ਕਿਸਾਨ ਜਥੇਬੰਦੀ ਵਾਲੇ ਪਾਸਿਓਂ ਵੀ। ਜਦੋਂ ਮੈਂ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਸੀਗੀ, ਮੈਂ ਉਸ ਜਿਹੜਾ ਇਸ਼ੂ ਤੁਸੀਂ ਟੱਚ ਕੀਤਾ, ਮੈਂ ਇੱਥੇ ਆਉਣਾ ਸੀਗਾ। ਇੱਥੇ ਮੀਟਿੰਗ ਦੇ ਵਿੱਚ ਹੀ ਇਹ ਇਸ਼ੂ ਰਿਜ਼ਾਲਵ ਕੀਤਾ ਜਾ ਸਕਦਾ ਸੀਗਾ। ਜਿਹੜੀ ਗੱਲ ਮੈਂ ਕੀਤੀ, ਮੈਂ ਵੀ ਇਹੀ ਕਰ ਰਿਹਾ ਕਿ ਪੋਲੀਟੀਕਲ ਇਨੀਸ਼ੀਏਟਿਵ ਦੇ ਥਰੂ ਇਹ ਇਸ਼ੂਜ਼ ਪਹਿਲਾਂ ਹੀ ਹੈਂਡਲ ਹੋ ਜਾਣੇ ਚਾਹੀਦੇ ਹੈ। ਉਸ ਮੀਟਿੰਗ ਦੇ ਵਿੱਚ ਇਹ ਕਿਸਾਨ ਜਥੇਬੰਦੀਆਂ ਨੂੰ ਵੀ ਚਾਹੀਦਾ ਸੀ ਨਾ, ਫਿਰ ਮੁਗਾ ਕੇ ਹੀ ਉੱਠਦੇ। ਫਿਰ ਮਿਡਵੇ ਤੁਸੀਂ ਅੱਧਾ ਸਮਝੌਤਾ ਕਰ ਲਿਆ, ਫਿਰ ਉੱਠ ਕੇ ਆ ਗਏ। ਤੇ ਮੈਂ ਜਿਹੜੀ ਗੱਲ ਕਿਸਾਨ ਜਥੇਬੰਦੀਆਂ ਦੀ ਆਪਣੀ ਕੰਪੀਟੀਟਿਵ ਪੋਲਿਟਿਕਸ ਦੀ ਵੀ ਗੱਲ ਕਰਦਾ, ਇਹ ਸਮੱਸਿਆ ਆਪਣੇ ਆਪ ਦੇ ਵਿੱਚ ਵੀ ਬਹੁਤ ਸੀਰੀਅਸ ਹੈਗੀ ਹੈ। ਇਹ ਅੰਦਰ ਦੀ ਫੰਕਸ਼ਨਿੰਗ ਆਪਾਂ ਨੂੰ ਆਲਮੋਸਟ ਸਾਰਿਆਂ ਨੂੰ ਪਤਾ ਹੈ ਕਿ ਇਹ ਕਿਵੇਂ ਇੱਕ ਦੂਜੇ ਦੇ ਨਾਲ ਆਪਣੀ ਸਿਆਸਤ ਵਾਸਤੇ, ਆਪਣੀ ਸਟਰੈਂਥ ਵਾਸਤੇ ਕੰਪੀਟ ਵੀ ਕਰਦੇ ਆ। ਉਸ ਕੰਪੀਟੀਸ਼ਨ ਦੇ ਵਿੱਚੋਂ ਕਈ ਵਾਰੀ ਐਸੀਆਂ ਕਾਲਸ ਨਿਕਲਦੀਆਂ ਕਿ ਇੱਕ ਦੂਜੇ ਦੇ ਉੱਪਰ ਦੀ ਅੱਗੇ ਲੱਗਣ ਦੀ, ਉਹਦੇ ਨਾਲ ਵੀ ਸਮੱਸਿਆ ਖੜੀ ਹੁੰਦੀ ਹੈ। ਇਹ ਜਿਹੜਾ ਫਲੱਡ ਰਿਲੀਫ ਦਾ ਮਾਮਲਾ ਹੈ, ਸਿਰਫ ਕੁਝ ਜਥੇਬੰਦੀਆਂ ਦਾ ਮਾਮਲਾ ਨਹੀਂ ਹੈ, ਇਹ ਸਾਰੀ ਸਟੇਟ ਦਾ ਮਾਮਲਾ ਹੈ। ਇਹ ਪਹਿਲਾਂ ਇਕੱਠੇ ਹੋ ਕੇ ਆਪਣਾ ਤਾਂ ਇੱਕ ਓਪੀਨੀਅਨ ਤਾਂ ਇੱਥੇ ਕ੍ਰੀਏਟ ਕਰ ਲਓ, ਰਾਦਰ ਕਦੇ ਅੱਜ ਇੱਕ ਦਿਨ ਕੋਈ ਕਾਲ ਦੇ ਦਿੰਦਾ, ਫਿਰ ਦੂਜੇ ਦਿਨ ਕਾਲ ਦੇ ਦਿੰਦਾ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਜਥੇਬੰਦੀ ਜਿਹੜੀ ਤੁਹਾਡੇ ਬਾਗ ਵਾਲੇ ਹੈਗੇ ਆ, ਇਹ ਤੀਜੇ ਦਿਨ ਅੱਗੇ ਮਾਨਾਵਾਲਾ ਰੇਲਵੇ ਸਟੇਸ਼ਨ ਬਲੌਕ ਕੀਤਾ ਹੁੰਦਾ ਸੀ ਇਹਨਾਂ ਨੇ। ਸੋ ਇਹ ਕੋਈ ਨਾ ਕੋਈ ਤਾਂ ਇਹਦਾ ਜਿਹੜਾ ਇਸ਼ੂ ਹੈ, ਇਹਦਾ ਫਿਰ ਕੋਈ ਫੈਸਲਾ ਕਰਨਾ ਪੈਣਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਆਪਣੀ ਐਜੀਟੇਸ਼ਨ, ਕਿਸਾਨਾਂ ਦੇ ਮਸਲੇ ਕਿਸ ਢੰਗ ਨਾਲ ਅੱਗੇ ਲੈ ਕੇ ਚੱਲਣੇ ਹੈ। ਹੁਣ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਆਲਮੋਸਟ ਹੁਣ 60 ਜਥੇਬੰਦੀਆਂ ਹੋ ਗਈਆਂ, ਇਹ ਮਤਲਬ ਰੋਜ਼ ਹੀ ਕੋਈ ਨਾ ਕੋਈ ਜਥੇਬੰਦੀ ਕਾਲ ਦੇਗੀ ਕਿ ਅੱਜ ਇਹ ਹੋ ਗਿਆ ਜੀ, ਅੱਜ ਇਹ ਹੋ ਗਿਆ ਜੀ। ਇਹ ਮੇਰੀ ਸਮਝ ਤੋਂ ਬਾਹਰ ਹੈ। ਇਹਦੇ ਬਾਰੇ ਬੈਠ ਕੇ ਸਾਰਿਆਂ ਨੂੰ, ਇਹਨਾਂ ਜਥੇਬੰਦੀਆਂ ਦੇ ਲੀਡਰਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ। ਇਹਦਾ ਕੋਈ ਹੱਲ ਹੋਣਾ ਚਾਹੀਦਾ। ਆਪਣੇ ਸਾਹਮਣੇ ਹੀ ਇਹ ਇੱਕ ਜਥੇਬੰਦੀ ਹੁੰਦੀ ਸੀ, ਉਹ ਤਾਂ 2 ਹੋਈਆਂ, ਫਿਰ 4 ਹੋਈਆਂ। ਸੋ ਇਹ ਪਾੜਾ ਪੈਂਦਾ ਹੀ ਚਲਾ ਗਿਆ। ਹੁਣ ਤੁਹਾਡੇ ਲੈਫਟ ਵਾਲੇ ਵੀ 9-10 ਜਥੇਬੰਦੀਆਂ, ਕੋਈ ਕਿਰਤੀ ਕਿਸਾਨ ਯੂਨੀਅਨ ਹੈ, ਕੋਈ ਕੁਛ ਹੈ, ਬਸ 4 ਬੰਦੇ ਉੱਠਦੇ ਹੈ ਤੇ ਉਹ ਆਪਣੀ ਯੂਨੀਅਨ ਬਣਾ ਲੈਂਦੇ ਆ। ਇਹ ਵੀ ਆਪਾਂ ਨੂੰ ਪਤਾ ਹੈ ਕਿ ਕੁਝ ਬੰਦੇ ਸਿਰਫ ਲੀਡਰ ਹੈਗੇ, ਥੱਲੇ ਜਥੇਬੰਦੀ ਹੈ ਨਹੀਂ। ਮੈਂ ਨਾਂ ਨਹੀਂ ਲੈਣਾ ਕਿਸੇ ਦਾ, ਇਹ ਸਭ ਨੂੰ ਹੀ ਪਤਾ। ਤੇ ਉਹ ਲੋਕ ਜਦੋਂ ਕਿਸਾਨ ਸੰਘਰਸ਼ ਚੱਲਿਆ ਦਿੱਲੀ ਦੇ ਵਿੱਚ, ਉਹਦੇ ਵਿੱਚ ਆਪਣੇ ਆਪ ਨੂੰ ਲੀਡਰ ਕੋਣ ਲੱਗ ਪਏ। ਪਹਿਲਾਂ ਕੋਈ ਪੁੱਛਦਾ ਨਹੀਂ ਸੀਗਾ, ਇਹ ਕਹਿਣਾ ਪੈਂਦਾ ਮੈਨੂੰ ਮਜਬੂਰੀ ਦੇ ਵਿੱਚ ਜੀ। ਹੁਣ ਵੀ ਸਿਚੁਏਸ਼ਨ ਉਹੀ ਚੱਲ ਰਹੀ ਹੈ। ਸੋ ਤਾਂ ਮੈਂ ਕਿਹਾ ਇੱਕ ਪਾਸੇ ਸਰਕਾਰ ਨੂੰ ਇਹਦੇ ਬਾਰੇ ਆਪਣੀ ਸਟ੍ਰੈਟਜੀ, ਪੋਲੀਟੀਕਲ ਹੈਂਡਲਿੰਗ ਇਸ਼ੂਜ਼ ਦੀ ਕਰਨੀ ਪੈਣੀ ਹੈ, ਸਾਰੀ ਜਿਹੜੀ ਅਪਰੋਚ ਆ ਚੇਂਜ ਕਰਨੀ ਪੈਣੀ ਹੈ। ਮੈਂ ਪਹਿਲਾਂ ਕਿਹਾ ਸੀਗਾ ਕਿ ਇਹ ਜਿਹੜੀ ਕਿਸਾਨ ਦੀ ਮੌਤ ਹੈ, ਇਹ ਜਿਹੜਾ ਬਦਲਾਅ ਦਾ ਨਾਰਾ, ਉਹਦੀ ਕਵਰ ਪੱਟੀ ਗਈ ਇਹਦੇ ਨਾਲ ਜੀ। ਮੈਂ ਉਹ ਰੀਟਰੀਟ ਕਰਦਾ ਅੱਜ ਕਿ ਇਹ ਜੇ ਤੁਸੀਂ ਨਾਰਾ ਦਿੰਦੇ ਆ, ਫਿਰ ਜਿਹੜੀ ਤੁਹਾਡੀ ਪ੍ਰੈਕਟਿਸ ਹੈ ਉਹ ਨਾਰੇ ਤੇ ਖੜੀ ਹੋਣੀ ਚਾਹੀਦੀ ਹੈ। ਇੱਕ ਪਾਸੇ ਤੁਸੀਂ ਭਗਤ ਸਿੰਘ ਦਾ ਨਾਂ ਲੈ ਕੇ ਗੱਲ ਕਰਦੇ ਆ, ਅਸੀਂ ਸ਼ਹੀਦ ਭਗਤ ਸਿੰਘ ਦੇ ਵਾਰਿਸ ਹਾਂ, ਤੇ ਸ਼ਹੀਦ ਭਗਤ ਸਿੰਘ ਦੇ ਵਾਰਿਸ ਲੋਕਾਂ ਦੇ ਇਸ਼ੂ ਇਸ ਤਰ੍ਹਾਂ ਹੈਂਡਲ ਨਹੀਂ ਕਰਦੇ ਹੁੰਦੇ ਜੀ। ਬਿਲਕੁਲ ਠੀਕ ਹੈ, ਲੇਕਿਨ ਸੈਲਫ ਡਿਸਪਲਿਨ ਬਹੁਤ ਜ਼ਰੂਰੀ ਹੈ, ਉਸ ਤੋਂ ਬਿਨਾਂ ਗੁਜ਼ਾਰਾ ਨਹੀਂ। ਜੇਕਰ ਤੁਸੀਂ 60 ਜਥੇਬੰਦੀਆਂ ਦੇ ਸਾਰੇ ਪ੍ਰੋਗਰਾਮ ਨੂੰ ਸਾਲ ਦੇ ਵਿੱਚ ਉਹਨਾਂ ਨੇ ਆਪਣੀ ਹੋਂਦ ਦਿਖਾਉਣ ਲਈ ਵੀ ਦਿਖਾਉਣਾ ਹੋਵੇ ਮੁੱਦੇ, ਕਿਉਂਕਿ ਸੇਮ ਮੁੱਦੇ ਸਾਰਿਆਂ ਦੇ ਹੋਣਗੇ, ਤੇ ਜੇ ਇੱਕ ਜਥੇਬੰਦੀ ਇੱਕ ਇਲਾਕੇ 'ਚ ਵੀ ਹੋਂਦ ਵਿਖਾਉਣ ਲੱਗ ਗਈ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਬੰਦ ਹੀ ਰਹੂਗਾ ਪੰਜਾਬ, ਔਰ ਬੁਰੇ ਤਰੀਕੇ ਨਾਲ ਹਰਡਲਸ ਹੀ ਕ੍ਰੀਏਟ ਹੋਣਗੀਆਂ। ਦੂਜੇ ਬੰਨੇ ਜੇ 2.5 ਘੰਟੇ ਦੀ ਮੀਟਿੰਗ ਮੁੱਖ ਮੰਤਰੀ ਨਾਲ ਹੋਈ ਸੀ, ਜਿਹਨੂੰ ਕਿ ਸਰਵਣ ਸਿੰਘ ਪੰਧੇਰ ਨੇ ਆਪ ਦਾਅਵੇ 'ਚ ਲਿਆਂਦਾ ਸੀਗਾ ਪ੍ਰੈਸ ਕਾਨਫਰੰਸ ਦੌਰਾਨ, ਤੇ 2.5 ਘੰਟੇ ਦੇ ਵਿੱਚ ਮਾਮਲੇ ਕਿਹੜੇ ਵਿਚਾਰੇ ਗਏ। ਸਰਦਾਰ ਹਰਮੀਤ ਸਿੰਘ ਜੀ, ਬਹੁਤ ਛੋਟੀ ਜਿਹੀ ਟਿੱਪਣੀ 1-2 ਮਿੰਟ ਦੇ ਵਿੱਚ, ਜਿਹੜੀ ਇਹ ਪੋਲਿਟਿਕਸ ਆ, ਜਿਹੜੀ ਕਿਸਾਨ ਯੂਨੀਅਨਾਂ ਦੀ ਪੋਲਿਟਿਕਸ ਹੈ, ਔਰ ਜਿਹੜੀ ਪੋਲਿਟਿਕਸ ਹੁਣ ਕਾਫੀ ਜ਼ਿਆਦਾ ਗੁੰਝਲਦਾਰ ਤੇ ਉਲਝਵੀਂ ਹੋ ਗਈ ਹੈ, ਇਹਦੇ ਉੱਤੇ ਤੁਹਾਡੀ ਟਿੱਪਣੀ? ਨਹੀਂ, ਅਸਲ 'ਚ ਮੈਨੂੰ ਲੱਗਦਾ ਪੋਲਿਟਿਕਸ ਤਾਂ ਬਾਹਲੀ ਸਿੱਧੀ ਹੋ ਗਈ, ਉਲਝਵੀਂ ਕਿਹੜੀ ਰਹੀ ਹੈ, ਰਹੀ ਨਹੀਂ ਨਾ। ਦੋ ਟੋਕੀ ਹੋ ਗਿਆ। ਹਰ ਪਾਰਟੀ ਨੇ ਵੋਟ ਲੈਣੀ ਹੈ, ਔਰ ਉਹਨਾਂ ਨੂੰ ਲੱਗਦਾ ਬਿਨਾਂ ਕਰੇ ਕੰਮ ਤਾਂ ਹੋ ਜਾਂਦਾ। ਅੰਦੋਲਨ ਹੋਏਗਾ, ਅੰਦੋਲਨ ਤੇ ਲਾਠੀ ਚਾਰਜ ਕਰੋ, ਫਿਰ ਡਿਮਾਂਡ ਬਦਲ ਜੇਗੀ, ਫਿਰ ਡਿਮਾਂਡ ਇਹ ਬਦਲ ਜੇਗੀ ਕੇਸ ਵਾਪਸ ਲਓ ਤੇ ਆਹ ਚੀਜ਼ਾਂ ਕਰੋ ਤੇ ਆਹ ਮੁਆਵਜ਼ਾ ਦਿਓ, ਤੇ ਬਾਕੀ ਤੋਂ ਫੋਕਸ ਹਿੱਲ ਜਾਏਗਾ। ਆਪਾਂ ਵੀ ਸੁਖੀ ਹਾਂ ਤੇ ਬਾਕੀ ਚੀਜ਼ਾਂ ਚੱਲਦੀਆਂ ਨੇ। ਗਵਰਨਮੈਂਟਾਂ ਨੇ ਮੇਰੇ ਖਿਆਲ ਐਟੀਟਿਊਡ ਇਹ ਲਿਆ ਹੋਇਆ।
ਜੇ ਜਿਵੇਂ ਆਪਾਂ ਗੱਲ ਕਰਦੇ ਆ ਪਹਿਲਾਂ ਤੋਂ ਪਹਿਲਾਂ ਸੁਲਝਾ ਲਓ ਪਹਿਲਾਂ, ਫਿਰ ਤਾਂ ਆਟੋਮੈਟਿਕਲੀ ਉਹ ਮੁੱਦੇ ਤੇ ਫੋਕਸ ਰਹੂਗਾ। ਮੁੱਦੇ ਤੋਂ ਹਟਾਉਣਾ ਕਿਵੇਂ ਆ, ਸ਼ਾਇਦ ਇਹ ਸਟ੍ਰੈਟਜੀ ਗਵਰਨਮੈਂਟਾਂ ਨੂੰ ਸੁਝਾਈ ਜਾਂਦੀ ਹੈ, ਸ਼ਾਇਦ ਇਸੇ ਕਰਕੇ ਜਿਹੜੀ ਇਹਨੂੰ ਸਿਕਿਉਰਿਟੀ ਸਟੇਟ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਅੱਜ ਤੋਂ ਇਹ ਅਸਲ 'ਚ 2002 ਤੋਂ ਬਾਅਦ ਇਹ ਜ਼ਿਆਦਾ ਸਟਾਰਟ ਹੋਇਆ ਕੰਮ ਕਿ ਕਿਸਾਨ ਲੀਡਰਾਂ ਨਾਲ ਇਦੋਂ ਪਹਿਲਾਂ ਜਦੋਂ ਵੀ ਕਦੇ ਕੋਈ ਮੀਟਿੰਗ ਹੁੰਦੀ ਸੀ, ਜਦੋਂ ਕੋਈ ਕਾਲ ਹੁੰਦੀ ਸੀ, ਜਦੋਂ ਵੀ ਚੀਜ਼ਾਂ ਸੀ, ਕੋਈ ਨਾ ਕੋਈ ਪੋਲੀਟੀਕਲ ਲੀਡਰ ਜਾਂਦਾ ਸੀ ਟਰਾਈ ਕਰਨ, ਗੱਲਬਾਤ ਕਰਨ, ਜਿਹੜਾ ਮੇਨ ਲੀਡਰਾਂ ਚੋਂ ਹੁੰਦਾ ਸੀ, ਉਹ ਨੈਗੋਸ਼ੀਏਸ਼ਨ ਕਰਾ ਕੇ ਗਵਰਨਮੈਂਟ ਤੱਕ ਲਿਆਉਂਦਾ ਹੁੰਦਾ ਸੀ ਤੇ ਗਵਰਨਮੈਂਟ ਨਾਲ ਚੀਫ ਮਿਨਿਸਟਰ ਹੋਵੇ ਜਾਂ ਜਿਹੜਾ ਮਰਜ਼ੀ ਗੱਲ ਨਿਬੜਦੀ ਸੀ। 2002 ਤੋਂ ਬਾਅਦ ਇੰਟੈਲੀਜੈਂਸ ਕੋਲ ਚਲਾ ਗਿਆ ਇਹ ਡਿਪਾਰਟਮੈਂਟ ਸਾਰਾ। ਪੋਲੀਟੀਕਲ ਲੀਡਰ ਨਹੀਂ ਜਾਂਦਾ, ਇੰਟੈਲੀਜੈਂਸ ਦਾ ਚੀਫ ਕਰਦਾ ਗੱਲ, ਉਦੋਂ ਹੇਠਲਾ ਬੰਦਾ ਕਰਦਾ, ਉਹ ਸਾਰੇ ਕਰਨ ਲੱਗ ਗਏ। ਹੁਣ ਇਹ ਮਾਮਲਾ ਡਾਇਰੈਕਟ ਪੁਲਿਸ ਕੋਲ ਚਲਾ ਗਿਆ, ਜਿਹੜੀ ਡਾਇਰੈਕਟ ਲਾਠੀ ਚਾਰਜ ਵੀ ਕਰਦੀ ਹੈ ਤੇ ਡਾਇਰੈਕਟ ਉਹ ਕਰਦੀ ਹੈ। ਇਹਨੂੰ ਹੀ ਸਿਕਿਉਰਿਟੀ ਸਟੇਟ ਕਹਿੰਦੇ ਨੇ ਨਾ, ਕਿ ਮਾਮਲੇ ਪੈਦਾ ਕਰਨੇ ਤੇ ਮਾਮਲਿਆਂ ਨੂੰ ਨਜਿੱਠਣਾ, ਕਿਹੜੇ ਤਰੀਕਿਆਂ ਨਾਲ ਨਜਿੱਠਣਾ ਤੁਸੀਂ ਡਿਸਾਈਡ ਕਰੋਗੇ। ਜਦੋਂ ਪੋਲੀਟੀਕਲ ਹਾਇਰਾਰਕੀ ਤੇ ਬਾਕੀ ਬਾਹਰ ਹੁੰਦੀ ਹੈ, ਇਹ ਬਹੁਤ ਖਤਰਨਾਕ ਟ੍ਰੈਂਡ ਹੈ, ਇਹ ਬਹੁਤ ਮੋਨੋਪੋਲਾਈਸਟਿਕ ਟ੍ਰੈਂਡ ਹੋ ਜਾਂਦਾ ਜਦੋਂ ਤੁਹਾਡੇ ਕੋਲ ਤਾਕਤਾਂ ਦਾ ਤਵਾਜ਼ਨ ਵੀ ਤੁਹਾਨੂੰ ਪਤਾ ਨਾ ਹੋਵੇ। ਤੁਸੀਂ ਆਪਦੇ ਪੋਲੀਟੀਕਲ ਲੀਡਰਸ਼ਿਪ ਨੂੰ ਛੋਟੀ ਕਰਦੇ ਹੋ ਲਗਾਤਾਰ, ਪ੍ਰੋਬਲਮ ਮਤਲਬ ਕ੍ਰੀਏਟਰ ਵੀ ਔਰ ਪ੍ਰੋਬਲਮ ਨੂੰ ਸੋਲਵ ਕਰਨ ਵਾਲੇ ਬੰਦੇ ਵੀ ਸੇਮ ਹੀ ਚਿਹਰੇ ਤੇ ਸੇਮ ਹੀ ਚੀਜ਼ਾਂ ਨੂੰ ਉਹ ਕਰਦੇ ਹੋ ਤਾਂ ਦੂਜੇ ਬੰਦੇ ਹੀ ਨਹੀਂ। ਮਿਲੀਟੈਂਸੀ ਦੇ ਦੌਰ ਤੋਂ ਇਹ ਚੱਲਿਆ ਹੋਇਆ ਫੈਨੋਮੈਨਾ ਹੈ। ਇਦੋਂ ਪਹਿਲਾਂ ਲੋਕ ਐਸਐਸਪੀ ਦੀ ਸ਼ਿਕਾਇਤ ਡੀਸੀ ਦੇ ਲੈ ਕੇ ਜਾਂਦੇ ਸੀ, ਡੀਸੀ ਏਸੀਆਰ ਲਿਖਦਾ ਸੀ। ਹਜੇ ਸਾਡੇ ਮਿਲੀਟੈਂਸੀ ਵਾਲਾ ਫੈਨੋਮੈਨਾ, ਸਿਵਲ ਪ੍ਰਸ਼ਾਸਨ ਤੋਂ ਪੁਲਿਸ ਦੇ ਪ੍ਰਸ਼ਾਸਨ ਡੋਮੀਨੇਟ ਕਰਦਾ ਹੈ ਕਿਸੇ ਵੀ ਮਾਮਲੇ ਦੇ ਵਿੱਚ। ਇਸ ਲਈ ਜੇ ਉਹ ਜੁਡੀਸ਼ੀਅਲ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਤਾਂ ਡਿਸਟ੍ਰਿਕਟ ਮੈਜਿਸਟ੍ਰੇਟ ਇਨਵੋਲਵ ਕਿਉਂ ਨਹੀਂ ਹੈ ਉਸ ਜ਼ਿਲ੍ਹੇ ਦੇ ਵਿੱਚ, ਉਸ ਪੱਧਰ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਹੱਲ ਕਰਨ। ਇਹ ਬੇਸਿਕ ਸਿਧਾਂਤਕ ਕੁਐਸਚਨ ਮੈਂ ਗੱਲ ਕਰ ਰਿਹਾ। ਜਦੋਂ ਵੀ ਐਜੀਟੇਸ਼ਨਾਂ ਹੋਣਗੀਆਂ, ਜਦੋਂ ਵੀ ਕੋਈ ਲੋਕ ਹੋਣਗੇ, ਤਾਂ ਜੇ ਕਿਸੇ ਨੇ ਵੀ ਜਾਣਾ ਕੇਵਲ ਪੁਲਿਸ ਕੋਲ ਜਾਏਗਾ, ਬਾਕੀ ਦੇ ਹੱਥ ਬਸ ਕੁਝ ਨਹੀਂ ਰਹੇਗਾ। ਡੀਐਸਪੀ ਤੋਂ ਜ਼ਿਆਦਾ ਐਸਡੀਐਮ ਹੁੰਦਾ ਸੀ। ਪੁਲਿਸ ਨੂੰ ਲਾਠੀ ਚਾਰਜ ਕਰਨਾ ਹੋਵੇ, ਜਿਹੜਾ ਮਰਜ਼ੀ ਗੱਲ ਕਰਨੀ ਹੋਵੇ, ਤੁਹਾਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਚਾਹੀਦਾ ਉੱਥੇ ਨੇੜੇ, ਜਿਹੜਾ ਅਲਾਉ ਕਰਦਾ ਕਿਸੇ ਵੀ ਗੱਲ ਦੇ ਲਈ ਲਾਠੀ ਚਾਰਜ ਕਰੋ ਜਾਂ ਨਾ ਕਰੋ। ਤੇ ਜੇ ਸਾਰੀਆਂ ਚੀਜ਼ਾਂ ਰੱਦ ਹੋ ਜਾਣਗੀਆਂ ਤਾਂ ਆਟੋਮੈਟਿਕਲੀ ਸਿਕਿਉਰਿਟੀ ਸਟੇਟ ਹੈ। ਇਹ ਸਭ ਤੋਂ ਬੜਾ ਕੁਐਸਚਨ ਹੈ ਇੱਕ। ਔਰ ਫਿਰ ਸਟੇਟ ਇੰਟਰਵੈਂਸ਼ਨ ਵੀ ਹੁੰਦੀ ਹੈ, ਜਥੇਬੰਦੀਆਂ 'ਚ ਹੋਣ, ਪਾਰਟੀਆਂ ਹੋਣ, ਫੁੱਟਪਾਉਣ 'ਚ ਵੀ, ਬਾਕੀ ਚੀਜ਼ਾਂ 'ਚ ਵੀ ਰੋਲ ਪਲੇ ਕਰਦੀ ਹੈ। ਇੱਕ ਨੂੰ ਥੋੜਾ ਜਿਹਾ ਨੇੜੇ ਲਾ ਲਓ, ਦੂਜੀ ਨੂੰ ਪਿੱਛੇ ਕਰ ਦਿਓ, ਤੀਜੀ ਦਾ ਆਹ ਕਰ ਦਿਓ, ਚੌਥੀ ਦਾ ਇਹ ਕਰ ਦਿਓ। ਜਿੱਥੇ ਆਪਣੇ ਵਖਰੇਵੇਂ ਨੇ, ਇੰਡੀਵਿਜੂਅਲ ਈਗੋ ਵੀ ਹੈ, ਜਿੱਥੇ ਇੰਡੀਵਿਜੂਅਲੀ ਪ੍ਰੋਗਰਾਮਾਂ ਦੇ ਵੀ ਫਰਕ ਨੇ ਕਿ ਮੈਂ ਕਿਸੇ ਨਾਲ ਆ, ਮੈਂ ਕਿਸੇ ਨਾਲ, ਆਈਡੀਓਲੋਜੀਕਲ ਫਰਕ ਨੇ, ਉੱਥੇ ਨਾਲ ਦੀ ਨਾਲ ਫਰਕ ਇਹ ਵੀ ਨੇ ਜਿਹੜੇ ਮਤਲਬ ਦਿਖਾਈ ਦੇ ਰਹੇ ਨੇ ਜਦੋਂ ਸਟੇਟ ਉਸ ਲੈਵਲ ਦੇ ਵਿੱਚ ਇੰਟਰਵੀਨ ਕਰਦੀ ਹੁੰਦੀ ਹੈ। ਔਰ ਇਸੇ ਕਰਕੇ ਮੈਂ ਜਾਣਦਾ ਬਥੇਰੇ ਕਈ ਲੀਡਰਾਂ ਨੂੰ, ਜਿਹੜਾ ਜਦੋਂ ਇੰਟੈਲੀਜੈਂਸ ਚੀਫ ਹੁੰਦਾ ਵੀ ਪ੍ਰਧਾਨ ਜੀ ਮੈਨੂੰ ਕੰਮ ਦੱਸਿਆ ਕਰੋ, ਤੁਸੀਂ ਤਾਂ ਤੁਹਾਡੇ ਤਾਂ ਕਰਾਈ ਦਿਆ ਕਰ ਰਹੇ ਨੇ, ਆਪਾਂ 2-4 ਦੇ ਕਰਾਉਣ ਲੱਗ ਜਾਓ ਤੇ ਬਾਕੀ ਦਾ ਇੱਧਰ ਉਧਰਲਾ ਕੰਮ ਕਰ ਦੋ, ਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਹੋਰ ਕੀ ਹੁੰਦਾ। ਔਰ ਇਹ ਜਿਹੜੇ ਜਦੋਂ ਤੁਸੀਂ ਇਹ ਕੰਮ ਸਟਾਰਟ ਕਰ ਦਿੰਦੇ ਹੋ ਸਟੇਟ ਦੀ ਮਿਲੀ ਭੁਗਤ ਨਾਲ, ਇਹ ਕੰਮ ਸਟਾਰਟ ਕਰ ਦਿੰਦੇ ਹੋ, ਤਾਂ ਤੁਸੀਂ ਇਹਦਾ ਮਤਲਬ ਰੀਅਲ ਸੈਂਸ 'ਚ ਨਾ ਡੈਮੋਕ੍ਰੈਟਿਕ ਮੂਵਮੈਂਟ ਵਿਕਸਣ ਦੇਣਾ ਚਾਹੁੰਦੇ ਹੋ, ਨਾ ਰੀਅਲ ਟਾਈਪ ਦੀ ਪੋਲਿਟਿਕਸ ਲਿਆਉਣਾ ਚਾਹੁੰਦੇ ਹੋ ਉਸ ਪੱਧਰ ਦੇ ਉੱਤੇ। ਬਿਨਾਂ ਸ਼ੱਕ ਜਿਹੜੇ ਫੁੱਟ ਪਈ ਹੈ ਇਹਦੇ 'ਚ ਕਿੰਨੇ ਹੀ ਕਾਰਨ ਨੇ, ਛੋਟੇ ਮੋਟਾ ਔਰ ਮੰਥਨ ਜਿਹੜਾ ਅਜੇ ਵੀ ਕਰਨਾ ਚਾਹੀਦਾ ਕਿਸਾਨ ਜਥੇਬੰਦੀਆਂ ਨੂੰ। ਉੱਥੋਂ ਮੁੜ ਕੇ ਆਏ ਦਿੱਲੀ ਤੋਂ, ਇਹ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਕਿ ਐਸਕੇਐਮ ਆਪਣੀ ਮੀਟਿੰਗ ਕਰਕੇ ਟੋਟਲ ਹਿਸਾਬ ਕਿਤਾਬ ਅਜੇ ਵੀ ਲੋਕਾਂ ਦੇ ਸਾਹਮਣੇ ਪੇਸ਼ ਕਰੇ ਕਿ ਉਹ ਪੈਸਾ ਕਿੱਥੇ ਹੈ, ਕਿਵੇਂ ਹੈ, ਜਿੰਨਾ ਕੁ ਵੀ ਸੀ, ਘੱਟ ਸੀ, ਵੱਧ ਸੀ। ਮੈਂ ਨਹੀਂ ਕਹਿੰਦਾ ਸਾਰੇ ਲੀਡਰ ਕਰਪਟ ਨੇ ਜਾਂ ਸਾਰੇ ਲੀਡਰਾਂ ਨੇ ਕੁਝ ਖਾ ਲਿਆ, ਜਾਂ ਪਰ ਟਰਾਂਸਪੇਰੈਂਸੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਪਾਰਦਰਸ਼ਤਾ ਰੱਖੋ, ਜਵਾਬਦੇਹ ਰੱਖੋ, ਤਾਂ ਜਵਾਬਦੇਹੀ ਤੇ ਪਾਰਦਰਸ਼ਤਾ ਇਹਦੇ 'ਚ ਵੀ ਆਉਣੀ ਚਾਹੀਦੀ ਹੈ। ਉਹ ਚਾਹੇ ਡੱਲੇਵਾਲ ਦਾ ਗਰੁੱਪ ਅਲੱਗ ਐਸਕੇਐਮ ਹੈ, ਚਾਹੇ ਇਹ ਐਸਕੇਐਮ ਬਣਿਆ ਹੋਇਆ, ਜਿਹੜੀਆਂ ਵੀ ਜਥੇਬੰਦੀਆਂ ਦੇ ਲੀਡਰਸ਼ਿਪ ਮੇਨ ਸੀ, ਇਹ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ। ਤਾਂ ਕਿ ਕਈ ਵਾਰ ਕਾਰਨ ਹੋਰ ਵੀ ਜ਼ਿਆਦਾ ਹੁੰਦੇ ਨੇ ਟੁੱਟਦੇ, ਪਰ ਉਹ ਬਣ ਜਾਂਦਾ ਉੱਥੇ ਕਿ ਪੈਸੇ ਦਾ ਲੈਣ ਦੇਣਾ ਜੀ, ਪੈਸਾ ਵੱਡੀ ਚੀਜ਼ ਹੈ। ਜਿਹੜੀਆਂ ਵੀ ਇਹ ਚੀਜ਼ਾਂ ਉੱਠ ਰਹੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਦਾ ਇਲਾਜ ਮੇਰਾ ਖਿਆਲ ਇਹ ਹੈ ਕਿ ਆਪਦੇ ਆਪ ਨਾਲ ਜਵਾਬ ਦੇ, ਆਪਣੇ ਆਪ ਨਾਲ। ਔਰ ਇਹ ਇਨਬਿਲਟ ਪ੍ਰੋਬਲਮ ਹੈ ਸਾਡੀ ਪੋਲਿਟਿਕਸ ਤੇ ਜਥੇਬੰਦੀਆਂ ਦੇ ਵਿੱਚ ਵੀ। ਪੋਲੀਟੀਕਲ ਪਾਰਟੀ ਹੋਵੇ ਜਾਂ ਕਿਸਾਨ ਜਥੇਬੰਦੀ ਹੋਵੇ, ਲੀਡਰ ਹੀ ਬਣਿਆ ਰਹਿਣਾ ਚਾਹੁੰਦਾ, ਉਹ ਕਦੇ ਵੀ ਦੂਜੇ ਲਈ ਸਪੇਸ ਨਹੀਂ ਛੱਡਦਾ, ਐਜ ਏ ਪ੍ਰਿੰਸੀਪਲ ਨਹੀਂ ਹੈ। ਕੋਈ ਜਥੇਬੰਦੀ ਨਹੀਂ ਮੇਰੇ ਸਾਹਮਣੇ ਇਸ ਪੱਧਰ ਦੀ ਜਿਹੜੀ ਜਾਂ ਪਾਰਟੀ ਜਿਹੜੀਆਂ ਐ ਕਹਿੰਦੇ ਹੋਣਗੇ ਵੀ ਹੁਣ ਨਵਿਆਂ ਨੂੰ ਦੇ ਦਿਓ ਮੌਕਾ, ਨਵਿਆਂ ਨੂੰ ਦੇ ਦਿਓ, ਬਾਵਜੂਦ ਚੰਗਾ ਕੰਮ ਕਰਨ ਦੇ ਜਦੋਂ ਸਟਰਕਚਰਲ ਲੈਵਲ ਤੇ ਤੁਸੀਂ ਉਵੇਂ ਆਪਰੇਟ ਕਰਦੇ ਹੋ, ਤੁਸੀਂ ਤੁਹਾਡੇ 'ਚ ਉਹ ਪ੍ਰੋਬਲਮਸ ਰਹਿਣਗੀਆਂ। ਡੈਮੋਕ੍ਰੈਟਿਕ ਐਟੀਟਿਊਡ ਤੁਹਾਨੂੰ ਆਪਣੇ ਸੰਗਠਨਾਂ 'ਚ ਵੀ ਦਿਖਾਉਣਾ ਪਊਗਾ ਬਾਕੀਆਂ ਦੇ ਮਾਮਲੇ 'ਚ ਦੇ ਨਾਲ ਦੀ ਨਾਲ ਜਦੋਂ ਲੜਾਈ ਲੜਨੀ ਹੁੰਦੀ ਹੈ। ਮੈਂ ਇਹਦੇ ਨਾਲ ਮੈਂ ਇੱਕ ਐਡੀਸ਼ਨ ਹੋਰ ਕਰਦੇ ਹਾਂ, ਇਹ ਚੰਗੀ ਅਮੀਰ ਜੀ ਨੇ ਚੰਗੀ ਗੱਲ ਤੋਰਤੀ। ਅਸੀਂ ਨਾਰਾ ਤਾਂ ਦਿੰਦੇ ਫੈਡਰਲਿਜ਼ਮ ਦਾ,
ਜਿਹੜੀ ਸਾਡਾ ਮੈਂਟਲ ਮੇਕਅਪ ਹੈ ਉਹ ਡਿਕਟੇਟਰਸ਼ਿਪ ਵਾਲਾ ਹੈ। ਇੱਥੇ ਸਾਰੀ ਗੜਬੜ ਇੱਥੇ ਫਸੀ ਵੀ ਹੈ। ਕੋਈ ਪਾਰਟੀ ਹੈ, ਕੋਈ ਜਥੇਬੰਦੀ ਹੈ, ਇਹ ਸਾਰੀ ਫੰਕਸ਼ਨਿੰਗ ਇਹਨਾਂ ਦੀ ਸੇਮ ਹੈ। ਔਰ ਇੱਕ ਜਿਹੜਾ ਪੈਸੇ ਵਾਲਾ ਐਸਪੈਕਟ ਹੈਗਾ, ਇਹ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਹੈ। ਇਹ ਬਹੁਤ ਲੈਵਲ ਤੇ ਬਹੁਤ ਜਥੇਬੰਦੀਆਂ 'ਚ ਆਪਰੇਟ ਕਰਦਾ ਹੈ ਜੀ। ਪਰ ਸਵਾਲ ਇੱਥੇ ਇਹ ਵੀ ਹੈ ਵੀ ਤੁਸੀਂ ਦੋਨਾਂ ਨੇ ਗੱਲ ਤਾਂ ਕਰਤੀ, ਮੈਨੂੰ ਲੱਗਦਾ ਇਹਦੇ 'ਚ ਬੜੀ ਪੁਖਤਾ ਉਦਾਹਰਨ ਹੈ ਤੁਸੀਂ ਛੱਡ ਗਏ। ਦੇਖੋ, ਅਜਮੇਰ ਸਿੰਘ ਲੱਖੋਵਾਲ ਸੱਤਾ ਦੇ ਨਾਲ ਵੀ ਚੱਲਣਾ ਜਾਣਦੇ ਸੀ, ਨਾਲ ਆਪਣੀ ਜਥੇਬੰਦੀ ਨੂੰ ਵੀ ਤਗੜਾ ਕਰਦੇ ਰਹਿੰਦੇ ਸੀ। ਔਰ ਮੈਨੂੰ ਪਤਾ ਮੰਡੀਕਰਨ ਬੋਰਡ ਦੇ ਚੇਅਰਮੈਨ ਹੁੰਦੇ ਆ, ਉਹਨਾਂ ਨੇ ਸਾਰੇ ਹਲਕਿਆਂ 'ਚ ਆਪਣੇ ਬੰਦਿਆਂ ਨੂੰ ਕਿਹਾ ਸੀ ਮੰਡੀਆਂ ਚੈੱਕ ਕਰਿਆ ਕਰੋ। ਉਹ ਵੀ ਨਾਲ ਪੂਰੇ ਚੇਅਰਮੈਨ ਬਣੇ ਹੁੰਦੇ ਸੀ। ਪਰ ਉਹਨਾਂ ਨੇ ਸਰਦਾਰ ਹਰਮੀਤ ਸਿੰਘ ਜੀ ਤੁਹਾਡੀ ਗੱਲ ਨੂੰ ਝੁਠਲਾਇਆ। ਉਹਨਾਂ ਨੇ ਸਪੇਸ ਦਿੱਤੀ ਹੈ, ਛੱਡੀ ਆ, ਪਰ ਛੱਡੀ ਆਪਣੇ ਮੁੰਡੇ ਲਈ। ਕਿਉਂਕਿ ਬਾਦਲ ਸਾਹਿਬ ਜਿੱਦਾਂ ਕਹਿੰਦੇ ਹੁੰਦੇ ਸੀ ਨਾ ਵੀ ਡਾਕਟਰ ਦਾ ਪੁੱਤ ਬਣ ਸਕਦਾ ਡਾਕਟਰ, ਤੇ ਕਾਰੋਬਾਰ 'ਚ ਪਾ ਦਿੰਦਾ ਰਿਆਣੇ, ਤੇ ਸਿਆਸਤ ਵਾਲੇ ਕਿੱਧਰ ਜਾਣ, ਉਹਨਾਂ ਨੇ ਤਾਂ ਇੱਧਰ ਹੀ ਪਾਉਣੇ। ਸੋ ਮੈਨੂੰ ਲੱਗਦਾ ਸਪੇਸ ਛੱਡਣੀ ਚਾਹੁੰਦੇ ਨੇ, ਪਰ ਛੱਡਣੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ। ਲੱਖੋਵਾਲ ਸਾਹਿਬ ਚੇਅਰਮੈਨ ਬਣਨ ਤੋਂ ਬਾਅਦ ਉਹਨਾਂ ਦੀ ਜਥੇਬੰਦੀ ਦਾ ਵਜੂਦ ਕਿੰਨਾ ਕੁ ਬਚਿਆ ਸਭ ਦੇ ਸਾਹਮਣੇ ਹੈ। ਤੇ ਦੋ ਚੀਜ਼ਾਂ ਨਹੀਂ ਚੱਲਦੀਆਂ ਨਾਲ, ਇੰਨੇ ਤਾਂ ਲੋਕ ਵੀ ਥੋੜੇ ਜਿਹੇ ਹੁੰਦੇ ਨੇ। ਕਿਸੇ ਵੇਲੇ ਕਿਹਾ ਜਾਂਦਾ ਸੀ, ਅਸੀਂ ਕਹਿੰਦੇ ਹੁੰਦੇ ਸੀ ਲੱਖੋਵਾਲ ਇਹਦੇ ਮੈਨ ਟੂ ਵਾਚ। 1991 ਤੱਕ ਇਸ ਜਥੇਬੰਦੀ ਦਾ ਰੋਲ ਹੈ ਜਿਹੜਾ 1992 ਜਿਹੜੀ ਇਲੈਕਸ਼ਨ ਬਾਈਕਾਟ ਹੋਈ ਸੀ ਉਹ ਪਿੰਡ ਲੈਵਲ ਤੇ ਇਹਨਾਂ ਨੇ ਹੀ ਕਰਾਈ ਸੀਗੀ। ਉਦੋਂ ਤੱਕ ਲੈਵਲ ਹੋਰ ਸੀ। ਫਿਰ ਜਦੋਂ ਸਰਕਾਰੀ ਦਰਬਾਰੇ ਪਹੁੰਚ ਹੋ ਗਈ ਉਦੋਂ ਸਾਰਾ ਕੁਝ ਹੀ ਬਦਲ ਗਿਆ ਸੀਗਾ। ਤੇ ਆਪਣੇ ਬੱਚਿਆਂ ਨੂੰ ਹੀ ਅੱਗੇ ਪਾਵਰ ਦਿੱਤੀ ਜਾਂਦੀ ਹੈ। ਜਿਹੜੇ ਕਹਿੰਦੇ ਨੇ ਬਾਦਲ ਸਾਹਿਬ ਜਾਂ ਪੋਲੀਟੀਸ਼ੀਅਨ ਕਹਿੰਦੇ ਵੀ ਜੇ ਡਾਕਟਰ ਦਾ ਬੱਚਾ ਡਾਕਟਰ, ਉਹ ਭਾਈ ਕੰਪੀਟੀਸ਼ਨ ਦੇ ਥਰੂ ਵਿੱਚੋਂ ਨਿਕਲ ਕੇ ਆਉਂਦਾ। ਜੇ ਡਾਕਟਰ ਦਾ ਬੱਚਾ ਡਾਕਟਰ ਬਣਦਾ ਹੈ ਨਾ, ਉਹ ਕੰਪੀਟ ਕਰਦਾ ਹੈ। ਜੇ ਵਕੀਲ ਦਾ ਬੱਚਾ ਵਕੀਲ ਬਣਦਾ ਤਾਂ ਉਹ ਕੰਪੀਟ ਕਰਦਾ ਹੈ। ਪੋਲੀਟੀਸ਼ੀਅਨ ਦਾ ਬੱਚਾ ਕੰਪੀਟ ਨਹੀਂ ਕਰਦਾ, ਉਹਦੇ ਸਿਰ ਤੇ ਹੱਥ ਰੱਖਿਆ ਹੁੰਦਾ। ਦੋਵਾਂ 'ਚ ਗੱਲਾਂ 'ਚ ਫਰਕ ਹੈਗਾ। ਇਹੀ ਇਸੇ ਕਰਕੇ ਤਾਂ ਮੈਂ ਸਵਾਲ ਉਠਾਇਆ ਵੀ ਘੱਟੋ ਘੱਟ ਵਿਆਖਿਆ ਤੇ ਆਊਗੀ ਨਾ ਇਹਦੀ। ਸਰਦਾਰ ਹਰਮੀਤ ਸਿੰਘ ਜੀ, ਅੱਗੇ ਚੱਲੀਏ। ਅਸੀਂ ਗੱਲ ਪੋਲਿਟਿਕਸ ਦੀ ਕਰ ਰਹੇ ਹਾਂ, ਤੇ ਪੋਲਿਟਿਕਸ ਦੇ ਵਿੱਚ ਸਪੇਸ ਦੀ ਤੇ ਸਪੇਸ ਗ੍ਰਹਿਣ ਕਿੰਨੇ ਕਰਨੀ। ਸਪੇਸ ਗ੍ਰਹਿਣ ਕਰਨ ਲਈ ਕਦੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸੀਗੀ, ਔਰ ਉਹਦੇ ਵਿੱਚੋਂ ਨਿਕਲੇ ਆਗੂ ਫਿਰ ਫੈਲ ਜਾਂਦੇ ਹੁੰਦੇ ਸੀ। ਇਹ ਨਹੀਂ ਸੀ ਕਿ ਸਿੱਖ ਪੋਲਿਟਿਕਸ ਹੈ ਤਾਂ ਉਹਨਾਂ ਅਕਾਲੀਆਂ 'ਚ ਜਾਣਾ, ਉਹ ਕਾਂਗਰਸ 'ਚ ਵੀ ਜਾਂਦੇ ਸੀਗੇ, ਉਹ ਵੱਖ-ਵੱਖ ਥਾਵਾਂ 'ਚ ਜਾਂਦੇ ਸੀ। ਕੰਪੀਟੀਸ਼ਨ ਬੜੇ ਸੋਹਣੇ ਸੀ। ਜਿਹੜੇ ਦੂਜੇ ਕਾਮਰੇਡਾਂ ਦੀਆਂ ਜਥੇਬੰਦੀਆਂ ਸੀ, ਹੁਣ ਕੋਈ ਚੋਣ ਹੁੰਦੀ ਮੈਂ ਕਦੇ ਦੇਖੀ ਨਹੀਂ। ਆ ਚੋਣ ਇੱਕ ਹੁੰਦੀ ਆ, ਉੱਥੇ ਖਲਾਰਾ ਪਿਆ ਹੋਇਆ। ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣ ਹੁੰਦੀ ਆ ਤੇ ਉੱਥੇ ਛਿੱਤਰ ਚੱਲਣ ਡਿਆ, ਜੁੱਤੀ ਹੋਏ ਪਏ ਆ। ਪਤਾ ਲੱਗ ਰਿਹਾ ਛਣ ਕੇ ਖਬਰ ਆ ਰਹੀ ਹੈ ਵੀ ਉੱਥੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਇੱਕ MLA ਜਿਹੜੇ ਕਿ ਯੂਥ ਵਿੰਗ ਦੇ ਪ੍ਰਧਾਨ ਵੀ ਆ, ਲਾਡੀ ਢੋਸ, ਉਹ ਮੌਕੇ ਤੇ ਸੀ ਜਿੱਥੇ ਉਹਨਾਂ ਨੂੰ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਤਲਖੀ ਹੋਈ, ਰੌਲੇ ਪਏ ਹੋਏ ਆ। ਮੈਂ ਇਹਨੂੰ ਛੋਟੇ ਕੈਨਵਸ ਤੇ ਨਹੀਂ ਰੱਖਣਾ ਚਾਹੁੰਦਾ ਵੀ ਇੱਕ MLA ਗਏ ਤੇ ਰੌਲਾ ਪਿਆ ਤਾਂ ਉੱਥੇ ਛਿੱਤਰ ਪਤਾਉਣ ਹੋਇਆ। ਆਪਾਂ ਇਹਨੂੰ ਜੇ ਹੋਰ ਵਿਸ਼ਾਲ ਕੈਨਵਸ ਤੇ ਦੇਖਣਾ ਚਾਹੀਏ ਤਾਂ ਸਭ ਤੋਂ ਨੈਗੇਟਿਵ ਪੱਖ ਆ ਕਿ ਪੰਜਾਬ ਦੀ ਨਵੀਂ ਪੀੜ੍ਹੀ ਪੋਲਿਟਿਕਸ 'ਚ ਦਿਲਚਸਪੀ ਨਹੀਂ ਲੈ ਰਹੀ। ਉਹੋ ਹੀ ਲੈ ਰਹੇ ਆ ਜਿਹੜੇ ਇਹਨਾਂ ਪਰਿਵਾਰਾਂ ਨਾਲ ਦੂਰੋਂ ਨੇੜਿਓਂ ਜੁੜੇ ਆ। ਬੱਚਿਆਂ ਦਾ ਮੋਹ ਭੰਗ ਹੋ ਰਿਹਾ, ਉਹ ਇਸ ਸਿਸਟਮ ਨੂੰ ਨਕਾਰ ਰਹੇ ਆ। ਸੋ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕਮਿਟਡ ਲੋਕ, ਇਹਦੇ ਵਿੱਚ ਸਮਰਪਿਤ ਲੋਕ, ਪ੍ਰੋਫੈਸ਼ਨਲ ਪੋਲੀਟੀਸ਼ੀਅਨ ਉਹ ਹੁਣ ਨਹੀਂ ਰਹਿਣਗੇ ਸਿਰਫ ਕਾਰੋਬਾਰੀ ਵਪਾਰੀ। ਤੇ ਜੇ ਆਮ ਆਦਮੀ ਪਾਰਟੀ ਕਹਿੰਦੀ ਵੀ 100% ਇਮਾਨਦਾਰੀ, ਤਾਂ ਕੱਲ ਨੂੰ ਪੋਲਿਟਿਕਸ ਦੇ ਵਿੱਚ ਬਾਕੀ ਰਹਿਣਗੇ ਕਿਹੜੇ ਜਿਹੜੇ ਇਸ ਤਰ੍ਹਾਂ ਦੇ ਨੇ। ਨਹੀਂ, ਪਹਿਲੀ ਗੱਲ ਤਾਂ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ, ਜੇ ਇਲੈਕਸ਼ਨ ਨੂੰ ਐਂ ਸਮਝਿਆ ਜਾਂਦਾ ਕਿ ਗਲਤ ਹੈ ਫਲਾਨਾ, ਜਿੱਥੇ ਜਿਵੇਂ ਪੰਜਾਬ 'ਚ ਸਮਝਿਆ ਜਾਂਦਾ ਕਿ ਲੜਾਈਆਂ ਹੋ ਜਾਂਦੀਆਂ ਨੇ, ਝਗੜੇ ਹੋ ਜਾਂਦੇ ਨੇ, ਫਿਰ ਆ ਦੂਜੀ ਇਲੈਕਸ਼ਨ ਕਿਹੜਾ ਬਹੁਤ ਸਾਫ਼ ਸੁਥਰੀ ਹੁੰਦੀ ਹੈ। ਫਿਰ ਤਾਂ ਇਹ ਵੀ ਬੰਦ ਕਰ ਦੇਣੀ ਚਾਹੀਦੀ ਹੈ ਜੇਕਰ ਇੱਕੋ ਫੰਡਾ ਹੋਵੇ। ਪਰ ਇਲੈਕਟੋਰਲ ਪ੍ਰੋਸੈਸ ਇਹਨਾਂ ਯੂਨੀਵਰਸਿਟੀਆਂ ਦੇ ਕੈਲੰਡਰਾਂ 'ਚ ਤਾਂ ਇਨਬਿਲਟ ਸ਼ਾਮਿਲ ਕੀਤਾ ਸੀ ਕਿ ਜਿਹੜੇ 18 ਸਾਲ ਦੇ ਇੱਕ ਨੌਜਵਾਨ ਬੱਚਿਆਂ ਨੂੰ ਵੋਟ ਪਾ ਕੇ ਦੇਸ਼ ਦਾ ਪ੍ਰਾਈਮ ਮਿਨਿਸਟਰ ਤੱਕ, ਦੇਸ਼ ਦੇ ਚੀਫ ਮਿਨਿਸਟਰ, ਦੇਸ਼ ਦੇ ਹੋਰ ਆਗੂ ਚੁਣਨ ਦਾ ਰਾਈਟ ਹੈ, ਤੇ ਉਹ ਆਪਣੀ ਯੂਨੀਵਰਸਿਟੀ ਦੀ ਮੈਨੇਜਮੈਂਟ ਤਾਂ ਆਪਣੀ ਐਜੂਕੇਸ਼ਨ ਦੀਆਂ ਪ੍ਰੋਬਲਮਸ ਨੂੰ ਟੈਕਲ ਕਰਨ ਦੇ ਲਈ ਉਹ ਰਾਈਟ ਕਿਉਂ ਨਾ ਹੋਵੇ ਕਿ ਉਹ ਆਰਗੇਨਾਈਜ਼ ਹੋਣ ਔਰ ਇੱਕ ਅੱਗੇ ਆ ਕੇ ਆਪੋ ਆਪਣੀ ਕਾਬਲੀਅਤ ਨੂੰ ਡਿਫੈਂਡ ਕਰਨ, ਤੇ ਘੱਟੋ ਘੱਟ ਸਿਸਟਮ ਬਾਰੇ ਜਾਣਕਾਰੀ ਹੋ ਜੇ ਉਹ ਸਾਰੇ ਪ੍ਰੋਸੈਸ ਦੇ ਵਿੱਚ ਜਿਸ ਢੰਗ ਨਾਲ ਹੁੰਦਾ। ਵੈਸੇ ਤਾਂ ਇਹ ਗੱਲ ਇੱਥੋਂ ਤੱਕ ਚਲੀ ਜਾਂਦੀ ਹੈ ਕਿੰਨੇ ਦੇਸ਼ਾਂ ਦੇ ਵਿੱਚ ਤਾਂ ਕਿ ਵਿਦਿਆਰਥੀਆਂ ਤੋਂ ਬਿਨਾਂ ਪੁੱਛੇ ਸਿਲੇਬਸ ਨਹੀਂ ਇੰਪਲੀਮੈਂਟ ਹੁੰਦਾ, ਉਹ ਰਲ ਕੇ ਕਰਦੇ ਨੇ ਟੀਚਰ ਤੇ ਵਿਦਿਆਰਥੀ ਆਪਣਾ ਸਿਲੇਬਸ ਕਿਹੜਾ ਹੋਏਗਾ। ਈਵਨ ਡਿਪਾਰਟਮੈਂਟ ਟੂ ਡਿਪਾਰਟਮੈਂਟ ਵੀ ਵੇਰੀ ਕਰਦਾ ਸਿਲੇਬਸ, ਸਾਰਾ ਡਿਪਾਰਟਮੈਂਟ ਦਾ ਇੱਕੋ ਨਹੀਂ ਹੁੰਦਾ। ਵਿਦਿਆਰਥੀ ਦੇ ਨਾਲ ਵੀ ਵੇਰੀ ਕਰਾ ਦਿੰਦੇ ਨੇ ਕਿ ਹਾਂ ਇਹ ਵਿਦਿਆਰਥੀ ਆ ਪੜ੍ਹਨਾ ਚਾਹੁੰਦਾ, ਫਲਾਨਾ ਪੜ੍ਹਨਾ ਚਾਹੁੰਦਾ। ਉਹ ਰਾਈਟ ਤਾਂ ਹੋਊਗਾ ਜੇ ਉਹ ਬਰਾਬਰੀ ਤੇ ਲਿਆਂਦਾ ਜਾਏਗਾ। ਸਾਡੇ ਤਾਂ ਇਹ ਸਿਸਟਮ ਹੀ ਨਹੀਂ। ਅਸੀਂ ਬੱਚੇ ਨੂੰ ਕਹਿੰਦੇ ਬਸ ਤੂੰ ਚੁੱਪ ਕਰ, ਕਲਾਸ ਲਾ ਤੇ ਜਾ ਵਾਪਸ ਘਰੋਂ ਫੇਰ ਇੱਥੇ ਆ ਜੀ। 1983 ਸਤੰਬਰ 1983 ਤੋਂ ਬਾਅਦ
ਅੱਜ ਕਿੰਨੇ ਸਾਲ ਹੋ ਗਏ? 40 ਸਾਲ ਹੋ ਗਏ। ਪੰਜਾਬ ਦੇ ਕਿਸੇ ਕਾਲਜ ਯੂਨੀਵਰਸਿਟੀ 'ਚ ਚੋਣ ਕਿਉਂ ਨਹੀਂ ਹੋਈ? 40 ਸਾਲ 'ਚ 3 ਪੀੜ੍ਹੀਆਂ ਗੁਜ਼ਰਦੀਆਂ ਨੇ, 2 ਤਾਂ ਹਾਂ। ਪੱਕੀਆਂ ਹੀ ਗੁਜ਼ਰਦੀਆਂ ਨੇ, ਜਿਹੜੀਆਂ ਜੇਕਰ ਲੀਡਰਸ਼ਿਪ ਦੀ ਅਸੀਂ ਗੱਲ ਕਰੀਏ 2 ਪੀੜ੍ਹੀਆਂ ਪੱਕੀਆਂ ਹੀ ਗੁਜ਼ਰਦੀਆਂ ਨੇ। ਤੇ ਉਦੋਂ ਤੱਕ ਇਹ ਸੀਗਾ 83 ਤੱਕ ਘੱਟੋ ਘੱਟ, ਪਹਿਲਾਂ ਪੰਜਾਬ ਦੀਆਂ ਕਾਲਜਾਂ ਦੇ ਵਿੱਚ, ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹਰ ਵੈਰਾਈਟੀ ਦੀ ਲੀਡਰਸ਼ਿਪ ਸੀ। ਡੋਮੀਨੇਟ ਪੰਜਾਬ ਦੇ ਵਿੱਚ ਲੀਡਰਸ਼ਿਪ ਉਸ ਸਮੇਂ ਤੱਕ ਘੱਟੋ ਘੱਟ 80 ਤੱਕ, ਤਾਂ 79 ਚ ਪ੍ਰਿਥੀਪਾਲ ਰੰਧਾਵਾ ਦਾ ਕਤਲ ਹੁੰਦਾ ਤੇ ਉਦੋਂ ਬਾਅਦ 80 81 ਤੱਕ ਲੈਫਟ ਦੀਆਂ ਜਥੇਬੰਦੀਆਂ ਸੀ। ਪੀਐਸਯੂ ਪਹਿਲਾਂ 1 ਫਿਰ 3 ਗਰੁੱਪ, AISF SFI, ਇਹ ਕਾਫੀ ਡੋਮੀਨੇਟਿੰਗ ਗਰੁੱਪ ਰਹੇ ਨੇ ਵੱਖ-ਵੱਖ ਯੂਨੀਵਰਸਿਟੀ, ਕਿਸੇ ਦਾ ਕਿਤੇ ਪ੍ਰਭਾਵ ਜ਼ਿਆਦਾ, ਕਿਸੇ ਦਾ ਕਿਤੇ। ਉਦੋਂ ਤੱਕ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇੱਕ ਵਜੂਦ ਸੀ ਪਰ ਮਾਸ ਆਰਗੇਨਾਈਜੇਸ਼ਨ ਸੀ। ਹੌਲੀ-ਹੌਲੀ 78 ਤੋਂ ਬਾਅਦ ਕੰਟੀਨਿਊ ਕਰਦੀ, ਲਗਭਗ 83 ਤੱਕ ਆਉਂਦੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਕਾਫੀ ਬੜਾ ਪ੍ਰਭਾਵ ਜਿਹੜਾ ਦਿਖਾਈ ਦੇਣ ਲੱਗ ਗਿਆ ਸੀ ਵਿਦਿਅਕ ਸੰਸਥਾਵਾਂ ਦੇ ਵਿੱਚ, ਤੇ ਲੈਫਟ ਵਾਲੀਆਂ ਜਥੇਬੰਦੀਆਂ ਹੌਲੀ ਸੰਭਲਣੀਆਂ ਸ਼ੁਰੂ ਹੋ ਗਈਆਂ। ਤੇ ਉਦੋਂ ਇਸ ਹਾਲਾਤ ਦੇ ਮੱਦੇਨਜ਼ਰ ਇੱਕ ਗੱਲ ਕਹਿ ਕੇ ਇਹ ਚੋਣ ਨਹੀਂ ਕਰਾਏਗੀ ਕਿ ਹਾਲਾਤ ਖਰਾਬ ਨੇ। ਜੇ ਹੁਣ ਚੋਣਾਂ ਕਰਾਈਆਂ ਕਾਲਜ ਦੀਆਂ ਇਲੈਕਸ਼ਨਾਂ ਦੇ ਵਿੱਚ, ਕਿਤੇ ਮਿਲੀਟੈਂਟ ਸਾਈਡ ਦੇ ਬੰਦੇ, ਜਿਹੜੇ ਉਸ ਨੇਚਰ ਦੇ ਬੰਦੇ ਨਾ ਕਾਬਜ ਹੋ ਜਾਣ। ਜਿਹੜਾ ਮੋਰਚਾ ਚੱਲ ਰਿਹਾ ਸੀ, ਮੋਰਚੇ 'ਚ ਡੋਮੀਨੇਟ ਬਿਨਾਂ ਸ਼ੱਕ ਸੰਤ ਭਿੰਡਰਾਂਵਾਲਿਆਂ ਦੀ ਸਾਈਡ ਦੇ ਜਿਹੜੀ ਸਿੱਖ ਫੈਡਰੇਸ਼ਨ ਨਾਲ ਉਹ ਬਣਦੀ ਸੀ। ਵੈਸੇ ਤਾਂ ਜੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰਧਾਨ ਉਹ ਬਣ ਜਾਂਦੇ ਜਿਹੜੇ ਮੁੰਡੇ ਕੁੜੀਆਂ, ਕਿਹੜਾ ਇੱਥੇ ਉਹ ਪ੍ਰਧਾਨ ਬਣ ਕੇ ਅਸੈਂਬਲੀ ਕਬਜ਼ੇ 'ਚ ਕਰਨ ਲੱਗੇ ਸੀ ਜਾਂ ਨਹੀਂ, ਤਾਂ ਇਹ ਵੀ ਕਿਉਂ ਅੱਗੇ ਪਾਏਗੀ ਮੈਨੂੰ ਨਹੀਂ ਸਮਝ ਆਈ। ਕੱਲੀ ਇਸੇ ਗੱਲ ਕਰਕੇ, ਕੱਲੀ ਇਲੈਕਸ਼ਨ ਕਰਕੇ, ਮਤਲਬ ਇਸ ਕਰਕੇ ਰੋਕ ਦੋ। ਫਿਰ ਉਸ ਤੋਂ ਬਾਅਦ ਲਗਾਤਾਰ 85 'ਚ ਵੀ ਤੁਸੀਂ ਚੋਣਾਂ ਕਰਾਤੀਆਂ ਪੰਜਾਬ ਦੇ ਵਿੱਚ ਰਾਜੀਵ ਲੌਂਗੋਵਾਲ ਅਕਾਊਂਟ ਤੋਂ ਬਾਅਦ, ਫਿਰ 92 ਦੇ ਵਿੱਚ ਤੁਸੀਂ ਚੋਣ ਕਰਾਤੀ ਬੇਅੰਤ ਸਿੰਘ ਦੀ। 92 ਤੋਂ ਬਾਅਦ ਉਹ ਕਿਹੜੀ ਚੀਜ਼ ਹੈ ਪੰਚਾਇਤ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਿਤੀਆਂ ਤੱਕ ਜਾਂ ਅਸੈਂਬਲੀ ਪਾਰਲੀਮੈਂਟ ਤੱਕ ਜਿੱਥੇ ਚੋਣ ਨਹੀਂ ਹੋਈ, ਤਾਂ ਫਿਰ ਵਿਦਿਅਕ ਸੰਸਥਾਵਾਂ 'ਚ ਚੋਣ ਕਿਉਂ ਨਹੀਂ ਹੋਈ? ਕੋਈ ਲੌਜਿਕ ਹੋਏਗਾ, ਕੋਈ ਦੇਣ ਦੀ ਗੱਲ ਹੋਏਗੀ। ਯੂਨੀਵਰਸਿਟੀਆਂ ਦੇ ਕੈਲੰਡਰ ਕਹਿੰਦੇ ਨੇ ਚੋਣ ਹੋਣੀ ਚਾਹੀਦੀ ਹੈ ਹਰ ਵਾਰ। ਮਾਮਲਾ ਸੁਪਰੀਮ ਕੋਰਟ ਤੱਕ ਚਲਾ ਗਿਆ 1996 ਦੇ ਵਿੱਚ। 1996 ਦੀ ਸੁਪਰੀਮ ਕੋਰਟ ਦੀ ਜੱਜਮੈਂਟ ਹੈ। ਸੁਪਰੀਮ ਕੋਰਟ ਨੇ ਚੀਫ ਇਲੈਕਸ਼ਨ ਕਮਿਸ਼ਨਰ ਲਿੰਗਦੋ ਦੀ ਅਗਵਾਈ 'ਚ ਇੱਕ ਕਮੇਟੀ ਕੀਤੀ। ਉਹਦੀ ਜੱਜਮੈਂਟ ਹੈ ਸੁਪਰੀਮ ਕੋਰਟ ਦੀ ਕਿ 5 ਸਾਲਾਂ ਦੇ ਅੰਦਰ ਅੰਦਰ ਕੋਈ ਪ੍ਰਾਈਵੇਟ ਕਾਲਜ ਹੋਵੇ, ਪ੍ਰਾਈਵੇਟ ਯੂਨੀਵਰਸਿਟੀ ਹੋਵੇ ਜਾਂ ਕੋਈ ਵੀ ਹੋਰ ਯੂਨੀਵਰਸਿਟੀ, ਉਹ 'ਚ ਸਟੂਡੈਂਟ ਇਲੈਕਸ਼ਨ ਹੋਣੀ ਮਸਟ ਹੈ। ਉਹਦਾ ਕ੍ਰਾਈਟੇਰੀਆ ਕੀ ਹੋਏਗਾ? ਡਾਇਰੈਕਟ ਇਲੈਕਸ਼ਨ ਹੋਣੀ ਹੈ, CR 'ਚੋਂ ਹੋਣੀ ਹੈ, ਕਿਵੇਂ ਹੋਣੀ ਹੈ, ਇਹ ਤੈਅ ਤੁਸੀਂ ਆਪਸ 'ਚ ਆਪੋ ਆਪਣੇ ਵਾਈਸ ਚਾਂਸਲਰ, ਆਪੋ ਆਪਣੇ ਐਕਸਪਰਟਸ ਨਾਲ ਕਰ ਲਿਓ। ਤਾਂ ਪੰਜਾਬ ਕਿਸੇ ਦੇ ਨਹੀਂ ਮੰਨਦਾ। ਪੰਜਾਬ ਗਵਰਨਮੈਂਟ, ਪੰਜਾਬ ਦੇ ਵਾਈਸ ਚਾਂਸਲਰ, ਪੰਜਾਬ ਦੇ ਬਾਕੀ ਦੇ ਅਸੀਂ ਸੁਪਰੀਮ ਕੋਰਟ ਤੋਂ ਉੱਪਰ। ਲੈਂਡ ਆਫ ਦੀ ਲਾ ਜਿਹੜਾ ਕਹਿੰਦੇ ਨੇ ਨਾ, ਉਹ ਚੱਲਦਾ ਹੈ। ਲਾ ਆਪਣਾ ਕੋਰਸ ਆਪ ਡਿਸਾਈਡ ਕਰਦਾ, ਉਹ ਕਿੱਥੇ ਆ ਲਾ ਜਿਹੜਾ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡੇ ਵੀ ਆਉਣ ਦੀ ਗੱਲ ਕਰਦਾ। ਫਿਰ 3-4 ਸਾਲ ਪੰਜਾਬ ਯੂਨੀਵਰਸਿਟੀ 'ਚ ਵੀ ਬੰਦ ਰਿਹਾ ਇਲੈਕਸ਼ਨ। ਉਦੋਂ ਕੁਲਜੀਤ ਨਾਗਰਾ ਵੀ ਇਹਦੇ ਚੋਂ ਨਿਕਲੇ, ਜਿਹੜੇ MLA ਨੇ, ਉਹ ਪ੍ਰੈਜ਼ੀਡੈਂਟ ਸੀਗਾ। ਨਾਗਰਾ ਨੇ ਭੁੱਖ ਹੜਤਾਲ ਵੀ ਰੱਖੀ। ਇੱਥੇ ਥੋੜਾ ਬਹੁਤ ਐਜੀਟੇਸ਼ਨ ਵੀ ਇਸ ਲੈਵਲ ਦੀ ਹੋਈ ਤੇ ਇੱਥੇ ਚੋਣਾਂ ਸ਼ੁਰੂ ਹੋ ਗਈਆਂ। ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣ ਹੈ। ਪੰਜਾਬ ਦੇ ਚੰਡੀਗੜ੍ਹ ਦੇ ਕਾਲਜ ਜਿਹੜੇ ਨੇ ਯੂਨੀਵਰਸਿਟੀ ਨਾਲ ਸੰਬੰਧਿਤ, ਉਹਦੇ ਚੋਣ ਹੈ। ਪੰਜਾਬ ਦੇ ਜਿਹੜੇ ਕਾਲਜ ਨੇ ਇਹਦੇ ਨਾਲ ਐਫੀਲੀਏਟਡ, ਉਹਨਾਂ 'ਚ ਚੋਣ ਨਹੀਂ ਹੈ। ਲਾ ਇਕੁਅਲੀ ਟ੍ਰੀਟ ਕਰਦਾ ਨਾ। ਇਹ ਡਿਸਕ੍ਰਿਮੀਨੇਸ਼ਨ ਕਿਸੇ ਇੱਕੋ ਯੂਨੀਵਰਸਿਟੀ ਨਾਲ ਐਫੀਲੀਏਟਡ ਸਟੂਡੈਂਟਾਂ ਦੇ ਵਿੱਚ ਹੈ। ਇਹ ਕਿਸੇ ਵੀ ਪੋਲੀਟੀਕਲ ਧਿਰ ਨੂੰ, ਕਿਸੇ ਜਸਟਿਸ ਸਿਸਟਮ ਨੂੰ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਤੇ ਜੇ ਉਹ ਨਜ਼ਰ ਆਏਗਾ ਉੱਥੋਂ ਬ੍ਰਿਲੀਅੰਟ ਸਟੂਡੈਂਟ ਵੱਖਰੇ ਵੱਖਰੇ ਟਾਈਪ ਦੇ ਨਿਕਲਦੇ ਸੀ। ਉਹ ਜਿਨ੍ਹਾਂ ਦੇ ਬੇਟੇ ਬੇਟੀਆਂ ਆਉਂਦੇ ਨੇ ਨਾ, ਡਾਕਟਰ ਵੀ ਆਉਂਦਾ ਜਾਂ ਫਲਾਨਾ, ਉਹਨਾਂ ਨੂੰ ਮਾਤ ਕਰ ਜਾਂਦੇ ਸੀ ਬੜੀ ਵਾਰ। ਉਹਨਾਂ ਨੂੰ ਬਣ ਨਹੀਂ ਸੀ ਦਿੰਦੇ ਯੂਨੀਵਰਸਿਟੀਆਂ 'ਚ। ਕਾਕਾ ਕਹਿ ਕੇ ਕੁੱਟ ਦਿੰਦੇ ਸੀ ਬਹੁਤ ਵਾਰ, ਇਹਦਾ ਕਾਕਾ ਹੈ ਫਲਾਣੇ ਪਰਿਵਾਰ ਦਾ, ਫਲਾਣਾ। ਇਹ ਮਾਹੌਲ ਰਿਹਾ ਯੂਨੀਵਰਸਿਟੀਆਂ ਕਾਲਜਾਂ 'ਚ, ਕਿਉਂਕਿ ਉਹ ਕਾਕੇ ਵਾਲੀ ਗੱਲ ਕਰਦਾ, ਉਹਨੂੰ ਨੌਲੇਜ, ਉਹਦਾ ਲੈਵਲ ਉਹ ਨਹੀਂ ਸੀ। ਵਿਦਿਆਰਥੀ ਫੀਸਾਂ ਘਟਾਉਣ ਦੀ ਮੰਗ ਕਰਦੇ ਸੀ, ਸਿਲੇਬਸ ਬਦਲਣ ਦੀ ਗੱਲ ਕਰਦੇ ਸੀ, ਬਾਕੀ ਦੀਆਂ ਚੀਜ਼ਾਂ ਦੀ ਗੱਲ ਕਰਦੇ ਸੀ, ਤੇ ਉਹਨਾਂ ਤੇ ਮੂਵਮੈਂਟਾਂ ਹੁੰਦੀਆਂ ਸੀ ਕਿ ਕਿਵੇਂ ਕਰਨੀਆਂ ਨੇ। ਤੇ ਕਾਕੇ ਨੂੰ ਤਾਂ ਫੀਸ ਦਾ ਕੋਈ ਪ੍ਰੋਬਲਮ ਨਹੀਂ ਸੀ, ਬਾਕੀ ਚੀਜ਼ਾਂ 'ਚ ਨਹੀਂ ਸੀ ਪ੍ਰੋਬਲਮ। ਉਹ ਥੋੜੇ ਜਿਹੇ ਹੋਰ ਟਾਈਪ ਦੇ ਹੁੰਦੇ ਸੀ ਬੜੀ ਵਾਰ। ਇੱਕ ਕਲਾਸ ਵੀ ਹੁੰਦੇ ਰਹੇ ਇੱਕ ਦੂਜਿਆਂ ਦੇ ਵਿੱਚ, ਜਿਹੜੇ ਸਿੰਸੀਅਰ ਸਟੂਡੈਂਟ ਤੇ ਬਾਕੀ ਦੇ ਵਿੱਚ। ਇਸ ਕਰਕੇ ਬੁਨਿਆਦੀ ਮੁੱਦਾ ਇਹ ਹੈ। ਅਗਲੀ ਗੱਲ ਇਹ ਹੈ ਕਿ ਇਹ ਯੂਨੀਵਰਸਿਟੀਆਂ ਦੇ ਜਿਹੜੀਆਂ, ਜਦੋਂ ਜਿੰਨਾ ਚਿਰ ਮੇਰਾ ਖਿਆਲ ਹੈ ਲੈਫਟ ਤੇ ਇਹ ਇਕੱਠੀਆਂ ਡੋਮੀਨੇਟ ਕਰਦੀਆਂ ਰਹੀਆਂ ਨੇ, ਉਹਨਾਂ ਚਿਰ ਬਾਹਰੀ ਜਿਹੜੇ ਦਾਖਲ ਸੀ ਨਾ, ਫਲਾਨਾ ਸਿਆਸਤਦਾਨ ਜਾ ਕੇ ਉੱਥੇ ਇਹ ਕਰ ਦੂਗਾ ਫਲਾਨਾ, ਇਹ ਅਲਾਉਡ ਨਹੀਂ ਸੀ ਵਿਦਿਆਰਥੀ ਸਿਸਟਮ ਵੱਲੋਂ ਹੀ। ਬਾਕੀ ਤਾਂ ਅਲੱਗ ਗੱਲ, ਬਾਹਰੋਂ ਜਿਹਦੇ ਤੋਂ ਮਰਜ਼ੀ ਡਿਕਟੇਟ ਕਰੇ, ਜਿਹਦੇ ਨਾਲ ਮਰਜ਼ੀ ਯੂਨੀਅਨਾਂ ਚਲਾਓ, ਜੋ ਮਰਜ਼ੀ ਕਰੋ। ਪਰ ਨਾਰਮਲ ਟ੍ਰੈਂਡ ਇਹ ਹੈ ਕਿ ਵਿਦਿਆਰਥੀਆਂ ਦੇ ਵਿੱਚ ਹੀ ਇੰਨੀ ਡਿਬੇਟ, ਇੰਨੀ ਜਾਨ, ਉਹਦੀ ਲੀਡਰਸ਼ਿਪ
ਇੰਨੀ ਗਰੋ ਕਰ ਜਾਂਦੀ ਸੀ। ਔਰ ਉਹ ਅਲੱਗ ਗੱਲ ਹੈ ਕਿ ਇੱਕ ਜਿਹੜਾ ਨਕਸਲੀ ਗਰੁੱਪਾਂ ਦਾ ਸੀਗਾ ਉਹਦੇ ਕੋਲ ਡੈਮੋਕ੍ਰੈਟਿਕ ਵੇ ਨਹੀਂ ਸੀ ਕੋਈ ਅੱਗੇ ਜਾ ਕੇ। ਉਹ ਜਿਹੜੇ ਸਿੰਨੇ ਲੀਡਰ ਪੈਦਾ ਹੁੰਦੇ ਸੀ ਸਟੂਡੈਂਟ ਤੋਂ ਬਾਅਦ, ਉਹ ਕੀ ਕਰਨ, ਜਾਂ ਅੰਡਰਗਰਾਉਂਡ ਰਹਿ ਕੇ ਉਵੇਂ ਹੀ ਹਥਿਆਰਬੰਦ ਇਨਕਲਾਬ ਕਰਨ ਜਾਂ ਕੀ ਕਰਨ। ਉਹਨਾਂ ਕੋਲ ਕੋਈ ਸਕੋਪ ਅੱਗੇ ਨਹੀਂ ਦਿਖਾਈ ਦਿੰਦਾ ਸੀ ਵੀ ਉਹ ਜਾਣ ਫਿਰ ਕਿੱਥੇ। ਉਹਦੇ ਚੋਂ ਕਿੰਨੇ ਹੀ ਅਕਾਲੀ ਦਲ ਚ ਆ ਜਾਂਦੇ ਸੀ, ਕੋਈ ਕਾਂਗਰਸ ਚ ਚਲੇ ਜਾਂਦੇ ਸੀ, ਕੋਈ ਕਿਸੇ ਚਲੇ ਜਾਂਦੇ ਸੀ, ਉਹ ਉਧਰ ਚਲੇ ਜਾਂਦੇ ਸੀ। ਸੀਪੀਆਈ ਸੀਪੀਐਮ ਵਾਲੇ ਜ਼ਰੂਰ ਜਿਹੜੇ AISFI ਵਾਲੇ ਸੀ, ਆ ਸਾਰੇ ਜਿੰਨੇ ਕੁ ਲੀਡਰ ਹੁਣ ਨੇ, ਉਹ ਬੰਤ ਬਰਾੜ ਹੋਵੇ, ਉਹ ਜਗਰੂਪ ਹੋਵੇ, ਉਹ ਡਿਫਰੈਂਟ ਟਾਈਪ ਦੇ, ਪਹਿਲਾਂ ਤਾਰਾ ਸੰਧੂ ਵੀ ਵਿੱਚ ਸੀ, ਇਹ ਸਾਰੇ ਸਟੂਡੈਂਟ ਮੂਵਮੈਂਟ ਚੋਂ ਹੀ ਆਏ ਨੇ। ਕੋਈ ਨਵਾਂ ਲੀਡਰ ਹੋਰ ਕਿਧਰੋਂ ਬੇਸਿਕ ਲੀਡਰ ਨਹੀਂ ਸੀਗੇ ਪੈਦਾ ਆਲੇ ਦੁਆਲੇ ਕਿਤੋਂ ਹੋਰ ਹੁੰਦੇ। ਇਸ ਲਈ ਇਹ ਲੀਡਰਸ਼ਿਪ ਦਾ ਕੁਐਸਚਨ ਹੈ। ਪੋਲੀਟੀਕਲ ਕਲਾਸ, ਪੋਲੀਟੀਕਲ ਅਲੀਟ ਉਹ ਨਹੀਂ ਚਾਹੁੰਦਾ ਕਿ ਕਾਮਨ ਮੈਨ ਦੇ ਵਿੱਚ ਉਹ ਲੀਡਰਸ਼ਿਪ ਡਿਵੈਲਪ ਹੋਵੇ। ਜੇ ਹੋਵੇ ਤਾਂ ਉਹ ਇਕੁਅਲ ਸਪੇਸ ਦਿੰਦਾ ਘੱਟੋ ਘੱਟ। ਬਾਕੀ ਹੁਣ ਤਾਂ ਪੰਜਾਬ ਦਾ ਮਾਹੌਲ ਹੀ ਬਦਲ ਗਿਆ ਵੈਸੇ ਤਾਂ ਪਿਛਲੇ 10-15 ਸਾਲਾਂ 'ਚ। ਹੁਣ ਤਾਂ ਜਿਹੜਾ ਮਿਡਲ ਕਲਾਸ ਜੀ ਚੋਂ ਲੀਡਰਸ਼ਿਪ ਪੈਦਾ ਹੋਣੀ ਆ, ਉਹ ਕੇਸਾਂ ਤੋਂ ਡਰਦਾ, ਉਹ ਆਈਲੈਟਸ ਕਰਦਾ, +2 ਤੋਂ ਬਾਅਦ ਭੇਜ ਦਿੰਦਾ। ਹੁਣ ਤਾਂ ਕਾਲਜ ਖਾਲੀ ਕਰਨ ਲੱਗ ਗਿਆ ਸੀ। ਸਾਡੇ ਲਈ ਤਾਂ ਨਵੀਂ ਸੀਰੀਅਸ ਪ੍ਰੋਬਲਮ ਆ ਗਈ ਹੈ ਕਿ ਸਾਡੇ ਬੱਚੇ ਇੱਥੇ ਦੀਆਂ ਯੂਨੀਵਰਸਿਟੀਆਂ, ਇੱਥੇ ਦੇ ਕਾਲਜਾਂ ਜੋਗੇ ਰਹਿਣਗੇ ਕਿ ਨਹੀਂ ਰਹਿਣਗੇ, ਜਾਂ ਬਾਹਰ ਹੀ ਸਾਰੀਆਂ ਫੀਸਾਂ ਲੈ ਜਾਣਗੇ। ਅਸੀਂ ਮਲਟੀਪਲਾਈ ਕਰ ਰਹੇ ਹਾਂ ਇਸ ਸਾਰੀ ਪ੍ਰੋਬਲਮ ਨੂੰ, ਜਿਹੜੀ ਹੋਪ ਕ੍ਰੀਏਟ ਨਹੀਂ ਕਰ ਰਹੇ। ਉਹਦੇ ਕਰਕੇ ਇਹ ਸਮੱਸਿਆ ਸਾਨੂੰ ਦਿਖਾਈ ਦੇ ਰਹੀ ਹੈ ਓਵਰਆਲ ਜਿਹੜੀ। ਬਿਲਕੁਲ ਤੁਸੀਂ ਠੀਕ ਕਿਹਾ। ਮੈਂ ਟਿੱਪਣੀ ਲੈਣੀ ਆ ਸਰਦਾਰ ਜਗਤਾਰ ਸਿੰਘ ਜੀ ਕੋਲ। ਇਸ ਤੋਂ ਪਹਿਲਾਂ ਇੱਕ ਚੰਗੀ ਖਬਰ ਜਿਹੜੀ ਦੇਸ਼ ਲਈ ਆ ਰਹੀ ਹੈ ਉਹ ਹੈਗੀ ਆ, ਇਸਰੋ ਨੇ ਇਤਿਹਾਸ ਬਣਾਤਾ ਹੈ। ਚੰਦਰਯਾਨ 3 ਉੱਥੇ ਸਫਲਤਾਪੂਰਵਕ ਉਤਰ ਗਿਆ, ਲੈਂਡ ਕਰ ਗਿਆ। ਇਹਨਾਂ ਤੇ ਲੱਗੀ ਸਾਲਾਂ ਦੀ ਮਿਹਨਤ ਹੁੰਦੀ ਹੈ ਐਸੇ ਮਿਸ਼ਨਾਂ ਦੇ ਉੱਤੇ। ਸੋ ਕੁਦਰਤੀ ਆ, ਭਾਰਤ ਲਈ ਇਹ ਇੱਕ ਬਿਹਤਰ ਦਿਨ ਹੈ। ਇਹਦੇ ਕੀ ਫਾਇਦੇ ਨੁਕਸਾਨ, ਇਹ ਤਾਂ ਤੁਸੀਂ ਸੁਣਦੇ ਹੀ ਰਹੋਗੇ ਵੱਖ-ਵੱਖ ਤਰ੍ਹਾਂ ਨਾਲ। ਇਹ ਕਾਫੀ ਹੁਣ ਬਹਿਸ ਦਾ ਹਿੱਸਾ ਹੋਊਗਾ। ਤੁਸੀਂ ਸ਼ਾਮ ਵਾਲੀਆਂ ਨੈਸ਼ਨਲ ਟੀਵੀ ਦੀਆਂ ਬਹਿਸਾਂ ਸੁਣ ਲਓਗੇ, ਔਰ ਹੋਰ ਵੀ ਚੀਜ਼ਾਂ ਤੁਸੀਂ ਦੇਖ ਹੀ ਰਹੇ ਹੋਗੇ ਨਾਲ ਨਾਲ ਸਮਾਨਾਂਤਰ। ਪਰ ਇੱਕ ਵਧੀਆ ਗੱਲ ਆ ਸਰਦਾਰ ਜਗਤਾਰ ਸਿੰਘ ਜੀ, ਮੈਂ ਜਿਹੜੀ ਬਹਿਸ 'ਚ ਆਪਾਂ ਹੈਗੇ ਆ, ਇੱਕ ਤਾਂ ਉੱਤੇ ਟਿੱਪਣੀ ਤੁਹਾਡੀ ਬੜੀ ਰਹੂਗੀ, ਲੇਕਿਨ ਇਹਦੇ ਨਾਲ ਦੂਜਾ ਮਾਮਲਾ ਤੁਸੀਂ ਜ਼ਰੂਰ ਲੈ ਲਿਓ ਕਿ ਸਨੀ ਦਿਓਲ ਨਜ਼ਾਰੇ ਮਾਣ ਕੇ ਹੁਣ ਕਹਿੰਦੇ ਇਹਦੇ ਪੋਲਿਟਿਕਸ ਸਾਡੇ ਪਰਿਵਾਰ ਲਈ ਬਣੀ ਨਹੀਂ। ਹੁਣ ਇਹ ਠੱਗੇ ਮਹਿਸੂਸ ਕਰਦੇ ਆ ਜਿਹੜੇ ਮੇਰੇ ਆਪਣੇ ਹਲਕੇ ਦੇ ਲੋਕ, ਉਹ ਕਿਹਦੇ ਮੂੰਹ ਵੱਲ ਵੇਖਣ, ਭਾਰਤੀ ਜਨਤਾ ਪਾਰਟੀ ਨੂੰ ਕੋਸਣ, ਜਾਂ ਧਰਮਿੰਦਰ ਜਿਹੜਾ ਹੀਮੈਨ ਜਾਂ ਬਾਕੀ। ਉਹ ਜੇਕਰ ਪਤਾ ਸੀ ਵੀ ਤੁਸੀਂ ਆਪਣੀ ਇਨਿੰਗ ਦੇ ਵਿੱਚ ਵੀ ਖੁਸ਼ ਨਹੀਂ ਸੀ ਤੇ ਮੁੰਡੇ ਨੂੰ ਕਾਹਤੋਂ ਤੋਰਤਾ। ਹੁਣ 5 ਸਾਲ ਤੁਸੀਂ ਝੂਟੇ ਵੀ ਲਏ ਨੇ, ਸਰਕਾਰੀ ਘਰ ਵੀ ਮਾਣਿਆ, ਤੁਹਾਡੇ ਕੋਲ ਪਾਸਪੋਰਟ ਵੀ ਹੈ ਸੀ ਜਿਸ 'ਚ ਤੁਹਾਨੂੰ ਸਿੱਧਾ ਲਾਈਨ 'ਚ ਵੀ ਨਹੀਂ ਲੱਗਣਾ ਪੈਂਦਾ। ਖੈਰ, ਮੈਂ ਉਹ ਟਿੱਪਣੀ ਵੀ ਜ਼ਰੂਰ ਤੁਹਾਡੇ ਤੋਂ ਦੋਵੇਂ ਇਕੱਠੀਆਂ ਕਰ ਦਿਓ। ਪੋਲੀਟੀਕਲ ਸਿਸਟਮ ਨੂੰ ਚਾਹੀਦਾ ਹੈ ਕਿ ਇਹ ਜਿਹੜੀ ਸਟੂਡੈਂਟ ਪਾਵਰ ਹੈ ਇਹਨੂੰ ਸਿਸਟਮ ਦੇ ਵਿੱਚ ਕੋਆਪਟ ਕਰਨ ਵਾਸਤੇ ਰਸਤਾ ਖੋਲ੍ਹਣ। ਪੰਜਾਬ ਦੇ ਵਿੱਚ ਇਲੈਕਸ਼ਨਸ ਹੁੰਦੀਆਂ ਰਹੀਆਂ। ਆਪਾਂ ਜੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ, ਪੰਜਾਬ ਯੂਨੀਵਰਸਿਟੀ ਦਾ ਤਾਂ ਕਮਾਲ ਦਾ ਇਤਿਹਾਸ ਇਸ ਗੱਲ ਦੇ ਵਿੱਚ, ਕਿਉਂਕਿ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਹਿੰਦੁਸਤਾਨ ਦੀ। ਜਿਹੜੀਆਂ 3-4 ਪੁਰਾਣੀਆਂ ਯੂਨੀਵਰਸਿਟੀਆਂ ਉਹਨਾਂ ਵਿੱਚ ਸਭ ਤੋਂ ਪੁਰਾਣੀ, ਉਹਨਾਂ ਵਿੱਚ ਇੱਕ ਪੰਜਾਬ ਯੂਨੀਵਰਸਿਟੀ ਹੈ। ਤੇ ਇੱਥੋਂ ਜਿਹੜੇ ਸਾਡੇ ਸਾਹਮਣੇ ਲੀਡਰ ਨੈਸ਼ਨਲ ਲੈਵਲ ਤੱਕ ਪਹੁੰਚੇ, ਸੁਸ਼ਮਾ ਸਵਰਾਜ ਪੰਜਾਬ ਯੂਨੀਵਰਸਿਟੀ ਲਾਰਜ ਸਟੂਡੈਂਟ ਸੀ, ਇੱਥੇ ਇਲੈਕਸ਼ਨ ਲੜਦੀ ਸੀ। ਜਗਮੋਹਨ ਕੰਗ, ਉਸ ਤੋਂ ਬਾਅਦ ਹੁਣ ਦੇ ਤੁਸੀਂ ਲੀਡਰ ਲੈ ਲਓ, ਤੁਹਾਨੂੰ ਕਿੰਨੇ ਹੀ ਜਿਹੜੇ ਪੁਰਾਣੇ ਪ੍ਰੈਜ਼ੈਂਟ ਜਨਰੇਸ਼ਨ ਹੈ ਇਹਦੇ ਵਿੱਚ ਮਿਲ ਜਾਣਗੇ। ਇੱਕ ਰਸਤਾ ਬਣ ਗਿਆ ਸੀਗਾ। ਜੇ ਨੈਸ਼ਨਲ ਲੈਵਲ ਤੇ ਤੁਸੀਂ ਦੇਖੋ ਤਾਂ ਚੰਦਰ ਸ਼ੇਖਰ ਵਰਗੇ ਇਲਾਹਾਬਾਦ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਸੀਗੇ, ਉਧਰੋਂ ਸਟੂਡੈਂਟ ਪੋਲਿਟਿਕਸ 'ਚੋਂ ਆਏ ਤੇ PM ਤੱਕ ਬਣੇ। ਸੋ ਇੱਕ ਸਿਸਟਮ ਹੈ ਜਿਹੜਾ ਇਹ ਅੱਗੇ ਚੱਲਣਾ ਚਾਹੀਦਾ ਹੈ ਤੇ ਢੰਗ ਤਰੀਕੇ ਨਾਲ ਇਹਦੀ ਜਿਹੜੀ ਇਲੈਕਸ਼ਨ ਹੈ ਬੱਚੇ ਸਟੂਡੈਂਟਸ ਦੀ, ਇਹ ਹੋਣੀ ਚਾਹੀਦੀ ਹੈ। ਪੋਜ਼ਿਟਿਵ ਐਸਪੈਕਟ ਹੁੰਦਾ ਸਾਰੀ ਸਿਚੁਏਸ਼ਨ ਦਾ, ਇਹ ਅੱਗੇ ਵਧਣੀ ਚਾਹੀਦੀ ਹੈ। ਗੱਲ ਮੈਂ ਸਿੱਧੀ ਆ ਜਾਂਦਾ ਤੁਹਾਡੇ ਗੁਰਦਾਸਪੁਰ ਤੇ। ਲੋਕ ਬੜੀਆਂ ਆਸਾਂ ਨਾਲ ਇੱਕ ਲੀਡਰ ਚੁਣਦੇ ਆ। ਜਦੋਂ ਸਨੀ ਦਿਓਲ ਦੀ ਇਲੈਕਸ਼ਨ ਸੀਗੀ, ਮੈਂ ਉਦੋਂ ਵੀ ਤੁਹਾਡੇ ਸੰਗਰੂਰ ਆਪਣੇ ਗੁਰਦਾਸਪੁਰ ਹਲਕੇ ਦੇ ਵਿੱਚ 2 ਦਿਨ ਲਾਏ ਸੀ ਤੇ ਇਸ ਜਨਾਬ ਦੀ ਰੈਲੀ ਵੀ ਮੈਂ ਇੱਕ ਅਟੈਂਡ ਕੀਤੀ ਸੀ ਜੀ। ਲੋਕਾਂ ਜੋਸ਼ ਸੀ, ਖਾਸ ਕਰਕੇ ਜਿਹੜਾ ਯੂਥ ਹੈ ਉਹਦੇ ਵਿੱਚ ਬਹੁਤ ਜੋਸ਼ ਸੀਗਾ ਕਿ ਪਤਾ ਨਹੀਂ ਕਿ ਗੁਰਦਾਸਪੁਰ ਦੇ ਵਿੱਚ ਸਨੀ ਦਿਓਲ ਨੂੰ ਜਿਤਾ ਕੇ ਕੀ ਇਨਕਲਾਬ ਆ ਜਾਣਾ। ਸੋ ਇਹ ਸੱਜਣ ਜਿਹੜੇ ਉੱਥੋਂ ਜਿੱਤੇ, ਲੋਕਾਂ ਨੇ ਜਿਤਾਏ ਪੂਰੇ ਜੋਸ਼ ਨਾਲ। ਮੈਂ ਲਫ਼ਜ਼ ਵਰਤੂੰਗਾ ਕਿ ਇਹਨਾਂ ਨੇ ਆਪਣੇ ਇਲੈਕਟੋਰੇਟ ਦੇ ਨਾਲ ਗਦਾਰੀ ਕੀਤੀ ਹੈ। ਮੁੜ ਕੇ ਉਹਨਾਂ ਨੇ ਸਾਰੀ ਨਹੀਂ ਲਈ, ਨਾ ਤਾਂ ਹਾਊਸ 'ਚ ਕਦੇ ਗਏ ਹੈ, ਨਾ ਇਹ ਆਪਣੇ ਹਲਕੇ ਦੇ ਵਿੱਚ ਗਏ ਹੈ। ਇਹ ਨਹੀਂ ਹੈ ਕਿ ਸਾਰੇ ਹੀ ਜਿਹੜੇ ਤੁਹਾਡੇ ਸਟਾਰ ਹੁੰਦੇ ਇਸ ਤਰ੍ਹਾਂ ਹੀ ਬਿਹੇਵ ਕਰਦੇ। ਪਹਿਲਾਂ ਵਿਨੋਦ ਖੰਨਾ ਇੱਥੋਂ ਮੈਂਬਰ ਸੀ ਜੀ, ਉਹਨਾਂ ਨੂੰ ਪੁਲਾ ਵਾਲਾ ਖੰਨਾ ਕਿਹਾ ਜਾਂਦਾ ਸੀਗਾ।
ਉਹਨਾਂ ਨੇ ਬਹੁਤ ਕੰਟਰੀਬਿਊਟ ਕੀਤਾ ਸੀਗਾ। ਜਿਹੜੇ ਪੁਲ ਸਰਕਾਰ ਬਣਾਉਣ ਤੋਂ ਕਤਰਾਉਂਦੀ ਸੀ ਡਿਊ ਟੂ ਸਟ੍ਰੈਟੇਜਿਕ ਲੋਕੇਸ਼ਨਸ ਔਨ ਰੋਡ ਮੇਰਾ ਉਹ ਸਾਰੇ ਉਹ ਬਣਵਾਏ ਸੀਗੇ ਅਗਲੇ ਨੇ। ਸੋ ਇਹ ਤਾਂ ਜਨਾਬ ਬੜੇ ਹੀ ਨਹੀਂ, ਕਿਤੇ ਜਵਾਬਦੇਹ ਤਾਂ ਹੋਣ ਨਾ, ਲੋਕਾਂ ਤੋਂ ਮਾਫੀ ਮੰਗ ਲੈਣ ਘੱਟੋ ਘੱਟ ਕਿ ਭਾਈ ਮੈਂ ਤੁਹਾਡੀਆਂ ਆਸਾਂ ਤੇ ਖਰਾ ਨਹੀਂ ਉਤਰਿਆ ਤੇ ਇਸ ਕਰਕੇ ਮੈਨੂੰ ਮਾਫੀ ਦਿਓ, ਮੈਂ ਅਗਲੀ ਇਲੈਕਸ਼ਨ ਨਹੀਂ ਲੜਨੀ। ਇਹ ਸਿਆਸੀ ਜਿਹੜੇ ਪਾਰਟੀਆਂ ਉਹਨਾਂ ਨੂੰ ਵੀ ਚਾਹੀਦਾ ਜਦੋਂ ਇਹੋ ਜਿਹਾ ਤੁਸੀਂ ਕੈਂਡੀਡੇਟ ਲੋਕਾਂ ਤੇ ਲੈ ਕੇ ਇੰਪੋਜ਼ ਕਰਦੇ ਆ ਉਹਦੀ ਜਵਾਬਦੇਹੀ ਬਣਾਈ ਜਾਵੇ। ਸਰਦਾਰ ਹਰਮੀਤ ਸਿੰਘ ਦੀ ਟਿੱਪਣੀ। ਇਹ ਧਰਮਿੰਦਰ ਦੀ ਤੇ ਸਨੀ ਦਿਓਲ ਤੇ ਹੇਮਾ ਮਾਲਿਨੀ ਮਤਲਬ ਇੱਕੋ ਫੈਮਿਲੀ ਹੈ ਜਿਹੜੀ ਬਾਰ-ਬਾਰ ਪਾਰਲੀਮੈਂਟ ਦੇ ਵਿੱਚ ਬੀਜੇਪੀ ਹੀ ਭੇਜ ਰਹੀ ਹੈ। ਧਰਮਿੰਦਰ ਦੇ ਵੀ ਬੀਕਾਨੇਰ ਦੇ ਵਿੱਚ ਪੋਸਟਰ ਲੱਗੇ ਸੀ ਸਾਡਾ ਐਮਪੀ ਗੁਆਚਿਆ ਹੋਇਆ, ਤੇ ਉਹਨਾਂ ਦੇ ਬੇਟੇ ਦੇ ਵੀ ਲੱਗੇ ਨੇ ਸਨੀ ਦਿਓਲ ਦੇ ਕਿ ਸਾਡਾ ਕੈਂਡੀਡੇਟ ਗਾਇਬ ਹੈ। ਔਰ ਇਹ ਜਵਾਬਦੇਹੀ ਦਾ ਪੈਟਰਨ ਹੈ ਜਿਹੜਾ ਵੀ ਆਇਆ ਪੋਲਿਟਿਕਸ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸੀਗਾ ਜਦੋਂ ਸੈਲੀਬ੍ਰਿਟੀਜ਼ ਨੂੰ ਲਿਆ ਕੇ, ਜਦੋਂ ਪਾਰਟੀਆਂ ਕੋਲ ਕੇਡਰ ਨਾ ਬਚੇ, ਉਸ ਢੰਗ ਨਾਲ ਲੋਕਾਂ ਨਾਲ ਰਾਬਤੇ ਵਾਲੀ ਲੀਡਰਸ਼ਿਪ ਨਾ ਹੋਵੇ ਜਿਹੜੀ ਆਪਣੇ ਦਮ ਤੇ ਜਿੱਤ ਸਕੇ ਲੋਕਾਂ ਨਾਲ ਲੈਜਨਿੰਗ ਚੋਂ, ਇਹ ਲੀਡਰਸ਼ਿਪ ਦੀ ਬੇਹੱਦ ਹਲਕੇਪਣ ਨੂੰ ਦਰਸਾਉਂਦੀ ਹੈ ਪਾਰਟੀਆਂ ਦੇ ਨੂੰ ਕਿ ਤੁਹਾਡਾ ਡਾਇਰੈਕਟ ਕੰਟੈਕਟ ਖਤਮ ਹੋ ਗਿਆ, ਤਾਂ ਆਰਟੀਫੀਸ਼ੀਅਲ ਕੰਟੈਕਟ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਲਿਆ ਕੇ ਜਿਹਦਾ ਬਾਹਰ ਪਪੂਲਰ ਹੈ ਉਹਨੂੰ ਲੈ ਆਓ। ਇਹ ਆਨ ਦੀ ਹੋਲ ਪੋਲਿਟਿਕਸ ਦੀ ਕਮੀ ਹੈ, ਮੇਰਾ ਖਿਆਲ ਹੈ ਓਵਰਆਲ ਕਮਜ਼ੋਰੀ ਹੈ। ਔਰ ਅੱਗੇ ਤਾਂ ਲੋਕ ਇਹ ਕਹਿੰਦੇ ਜੇ ਤੇਰੇ ਹਲਕੇ 'ਚ ਕੰਮ ਕੀਤਾ ਤਾਂ ਦੱਸ ਉਹਦੇ 'ਚੋਂ ਟਿਕਟ ਮਿਲੂਗੀ, ਤੇ ਹੁਣ ਉਹ ਸੈਲੀਬ੍ਰਿਟੀ ਆ ਗਈ। ਦੂਜੀ ਗੱਲ ਮੈਨੂੰ ਲੱਗਦਾ ਕਿ ਪ੍ਰਿੰਸੀਪਲੀ ਐਕਟ ਅਮੈਂਡ ਹੋਣਾ ਚਾਹੀਦਾ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਪਾਰਲੀਮੈਂਟ 'ਚ ਕਿੰਨੀਆਂ ਹਾਜ਼ਰੀਆਂ ਮਸਟ ਨੇ, ਔਰ ਜੇਕਰ ਤੁਸੀਂ ਲਗਾਤਾਰ ਮਸਟ ਨਹੀਂ ਆ ਉਹਦੇ 'ਚ ਪਾਰਟਿਸਿਪੇਟ ਨਹੀਂ ਕਰਦੇ। ਦੂਸਰਾ ਹੈਗਾ ਤੁਸੀਂ ਆਪਣੇ ਹਲਕੇ 'ਚ ਆਉਂਦੇ ਹੋ ਚਾਹੇ ਐਮਐਲਏ ਹੋਵੇ, ਤਾਂ ਵਿਦਨ ਟਾਈਮ ਫਰੇਮ ਉਸ ਹਲਕੇ ਦੇ ਲੋਕਾਂ ਨੂੰ ਇੱਕ ਖਾਸ ਗਿਣਤੀ ਦੇ ਵਿੱਚ ਲਿਖ ਕੇ ਜੇ ਉਹ ਦਿੰਦੇ ਨੇ ਤਾਂ ਵਿਡਰਾ ਕਰਨ ਦਾ ਰਾਈਟ ਟੂ ਰੀਕਾਲ ਉਸ ਕੈਂਡੀਡੇਟ ਨੂੰ ਪਾਰਟੀਆਂ ਤਾਂ ਨਹੀਂ ਬਣਾਉਣਗੀਆਂ ਵਾਪਸ ਕਦੇ ਵੀ, ਕਿਉਂਕਿ ਪਾਰਟੀ ਨੂੰ ਤਾਂ ਨੰਬਰ ਚਾਹੀਦਾ ਉੱਤੇ। ਤਾਂ 5 ਸਾਲ ਲਈ ਠੋਸਿਆ ਕਿਵੇਂ ਰਹੂਗਾ ਬੰਦਾ ਲੋਕਾਂ ਦੀ ਬਿੱਲ ਦੇ ਖਿਲਾਫ? ਇਹ ਡੈਮੋਕ੍ਰੇਸੀ ਕਾਹਦੀ ਹੈ? ਲੋਕ ਮਿਡ ਟਰਮ ਦੇ ਵਿੱਚ ਵੀ ਇਲੈਕਸ਼ਨ ਡਿਮਾਂਡ ਕਰ ਸਕਣ ਉਹਦੇ ਚ ਕਿ ਜਾਂ ਤਾਂ ਐਮਐਲਏ ਤੇ ਕੋਈ ਜੁਡੀਸ਼ੀਅਲ ਜਾਂਚ ਬੈਠੇ, ਇਹਨੇ ਕੰਮ ਨਹੀਂ ਕੀਤਾ ਆਪਦਾ, ਨਹੀਂ ਉਸ ਤੋਂ ਬਾਅਦ ਰੀ ਇਲੈਕਸ਼ਨ ਹੋਣੀ ਚਾਹੀਦੀ ਹੈ ਕਿਸੇ ਨਾ ਕਿਸੇ ਲੈਵਲ। ਮੈਨੂੰ ਲੱਗਦਾ ਜੇਕਰ ਇਸ ਤਰ੍ਹਾਂ ਹੋਵੇ ਤਾਂ ਕੋਈ ਜਾਂਚ ਹੋਵੇ, ਕਮਿਸ਼ਨ ਬੈਠੇ ਕਿ ਕੋਈ ਅਦਾਲਤ ਸੁਣੇ ਇਸ ਤਰ੍ਹਾਂ ਦੇ ਮਾਮਲਿਆਂ ਨੂੰ, ਤਾਂ ਫਿਰ ਤਾਂ ਜਿੰਨੇ ਵੀ ਇਨਸੈਂਟਿਵਸ ਇਹਨਾਂ ਨੇ ਲਏ ਹੁੰਦੇ ਨੇ ਜਾਂ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਚ ਮਿਲੇ ਹੁੰਦੇ ਨੇ ਉਹ ਸਾਰੇ ਵਾਪਸ ਹੋਣੇ ਚਾਹੀਦੇ ਖਜ਼ਾਨੇ ਦੇ ਵਿੱਚ, ਤੇ ਲੋਕਾਂ ਦੀ ਜਿਹੜੀ ਅਗਲੀ ਇਲੈਕਸ਼ਨ ਹੈਗੀ ਆ ਉਹਦਾ ਖਰਚਾ ਵੀ ਇਹਨਾਂ ਤੋਂ ਲੈਣਾ ਚਾਹੀਦਾ। ਚਲੋ ਖੈਰ ਆਪਾਂ ਅੱਗੇ ਵਧਦੇ ਹਾਂ। ਸਰਦਾਰ ਹਰਮੀਤ ਸਿੰਘ ਜੀ ਤੁਸੀਂ ਹੀ ਜ਼ਰਾ ਇਹਨੂੰ ਐਡਰੈਸ ਕਰ ਦਿਓ ਮਾਮਲੇ ਨੂੰ। ਸੁਖਬੀਰ ਸਿੰਘ ਬਾਦਲ ਅੱਜ ਇੱਕ ਟਵੀਟ ਕਰਦੇ ਆ, ਉਹ ਭਗਵੰਤ ਮਾਨ ਤੇ ਬੜਾ ਸਖਤ ਤੰਜ ਕੱਸ ਰਿਹਾ ਪੰਥ ਦੇ ਮਾਮਲੇ 'ਚ ਔਰ ਪੰਜਾਬੀਆਂ ਦੇ ਮਾਮਲੇ 'ਚ ਦੁਸ਼ਮਣ ਤਾਕਤਾਂ ਦਾ ਹੱਥ ਠੋਕਾ ਬਣਨ ਦੀ ਗੱਲ ਕਰ ਰਹੇ ਨੇ। ਸੋ ਖੈਰ ਮੈਂ ਸਮਝਣਾ ਚਾਹੁੰਦਾ ਸੁਖਬੀਰ ਬਾਦਲ ਦੀ ਸਾਈਕੀ ਇਸ ਮਾਮਲੇ 'ਚ। ਬਿਲਕੁਲ, ਅਸਲ 'ਚ ਸੁਖਬੀਰ ਸਿੰਘ ਬਾਦਲ ਥੋੜਾ ਬੋਲ ਰਹੇ ਨੇ, ਲੋਕਾਂ ਦਾ ਪ੍ਰੈਸ਼ਰ ਅੰਦਰੋਂ ਪਾਰਟੀ ਦਾ ਵੀ ਥੋੜਾ ਜਿਹਾ ਪੰਥਕ ਰੁਖ ਲਿਆ ਜਾਵੇ, ਬਿਆਨਾਂ 'ਚ ਹੀ ਲਿਆ ਜਾਵੇ, ਬਾਕੀ ਦੇਖੀ ਜਾਊਗੀ ਬਾਅਦ ਦੇ ਵਿੱਚ ਕੀ ਹੁੰਦਾ। ਬਿਆਨ ਦੇ ਵਿੱਚ ਜਿਹੜੀ ਅੱਜ ਉਹ ਇਬਾਰਤ ਲਿਖੀ ਹੈ ਤੁਸੀਂ ਜੇ ਦੇਖਿਆ ਹੋਣਾ, ਔਰ ਉਹਦੇ 'ਚ ਇਬਾਰਤ 'ਚ ਲਿਖਿਆ ਕਿ ਭਗਵੰਤ ਮਾਨ ਦੁਸ਼ਮਣਾਂ ਦੀ ਸਹਾਇਤਾ ਤੇ ਜ਼ਕਰੀਆ ਖਾਨ ਵਾਲਾ ਰੋਲ ਪਲੇ ਕਰ ਰਹੇ ਨੇ ਔਰ ਸਿੱਖ ਦੇ ਨਾਲ ਟਕਰਾਉਣ ਦੀ ਟਰਾਈ ਕਰ ਰਹੇ ਨੇ, ਸਿੱਖਾਂ ਦੇ ਮਤਲਬ ਬਲਡੋਜ਼ ਕਰਨ ਦੀ, ਤਸ਼ੱਦਦ ਕਰਨ ਦੀ। ਇਹਨੂੰ ਇਤਿਹਾਸ ਪੜ੍ਹਨਾ ਚਾਹੀਦਾ ਸਿੱਖ ਕੌਮ ਦਾ ਕਿ ਕਿਵੇਂ ਇਹ ਸਾਰਿਆਂ ਦੇ ਹੁੰਦੇ, ਉਹਨੇ ਕਦੇ ਈਦ ਨਹੀਂ ਮੰਨੀ ਜਾਂ ਬਾਕੀ ਨਹੀਂ। ਫਿਰ ਉਹਨੇ ਲਿਖਿਆ ਕਿ ਕਿਸਾਨਾਂ ਤੇ ਬ੍ਰੈਕਟ 'ਚ ਲਿਖਿਆ ਜਿਹਦੇ 'ਚ 90% ਸਿੱਖ ਨੇ। ਇਹ ਜਿਹੜਾ ਕਹਿਣ ਦਾ ਇਹਦਾ ਆਪਦਾ ਇੱਕ ਅਰਥ ਹੈ, ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਪੰਜਾਬੀ ਪਾਰਟੀ ਜਿਹੜੇ 'ਚ ਪੰਜਾਬੀ ਵੀ ਨੇ, ਕਿਸਾਨ 'ਚ ਸਿੱਖ ਨੇ ਜਾਂ ਹਿੰਦੂ ਨੇ, ਤੁਸੀਂ ਕੀ ਲੈਣਾ? ਉਹ 'ਚ ਸਾਰੇ ਹੀ ਹੋਣਗੇ। 99% ਸਿੱਖ, 99% ਸਿੱਖ ਆ। ਹਾਂ ਸਿੱਖ ਨੇ, ਤੇ ਜੇ ਦੂਜੇ ਵੀ ਵਿੱਚ ਹੈਗੇ ਨੇ ਸਾਰੇ ਨੇ। ਤੁਸੀਂ ਕਿਸਾਨਾਂ ਤੇ ਅੱਡ ਕਹਿ ਸਕਦੇ ਹੋ, ਪੰਥ ਦੇ ਬਹੁਤ ਮੁੱਦੇ ਨੇ ਹੋਰ। ਕਿਸਾਨ ਤਾਂ ਹੜ੍ਹ ਦੇ ਮਾਮਲੇ 'ਚ, ਬਾਕੀ ਦੇ ਮਾਮਲੇ 'ਚ ਹਜੇ ਇਹਦੇ ਤੇ ਐਜੀਟੇਸ਼ਨ ਕਰ ਰਹੇ ਨੇ, ਹਜੇ ਉਹ ਕੋਈ ਪੰਥਕ ਇਸ਼ੂ ਤੇ ਨਹੀਂ ਕਰ ਰਹੇ। ਪੰਥਕ ਇਸ਼ੂ ਤੇ ਵੀ ਜਿਹੜੇ ਕਰ ਰਹੇ ਨੇ ਉਹਦੇ ਤੇ ਵੀ ਤਾਂ ਤੁਸੀਂ ਅਲੱਗ ਕਰ ਰਹੇ ਹੋ, ਹਾਲਾਂਕਿ ਇਹ ਦੋਨੋਂ ਚੀਜ਼ਾਂ ਇੱਕ ਦੂਜੇ ਦੇ ਖਿਲਾਫ ਨਹੀਂ ਹੈ। ਔਰ ਈਵਨ ਪੰਥ ਤੇ ਪੰਜਾਬ ਵੀ ਲਗਭਗ ਇੱਕ ਸੁਰ ਨੇ, ਕੋਈ ਨਹੀਂ। ਪਰ ਜਦ ਤੁਸੀਂ ਡਿਮਾਰਕੇਟ ਕਰਕੇ ਟਰਾਈ ਕਰਦੇ ਹੋ ਨਾ ਸ਼ਾਇਦ ਉਸ ਲੈਵਲ ਦਾ ਮੈਸੇਜ ਦੇਣ ਦੀ, ਇਹ ਆਪਣੇ ਆਪ ਦੇ ਵਿੱਚ ਮਾਨਾ ਖੇਜ ਹੁੰਦੀ ਹੈ ਇਹ ਚੀਜ਼। ਕੀ ਹੁਣ ਇਹਦਾ ਮਤਲਬ ਟਰਾਈ ਸੁਖਬੀਰ ਸਿੰਘ ਬਾਦਲ ਇਹ ਕਰ ਰਹੇ ਨੇ ਕਿ ਮੈਨੂੰ ਇਹ ਪਛਾਣਿਆ ਜਾਵੇ ਪੰਥ ਦਰਦੀ ਦੇ ਤੌਰ ਤੇ, ਮੈਨੂੰ ਪੰਥਕ ਚਿਹਰੇ ਦੇ ਰੂਪ ਦੇ ਵਿੱਚ ਪ੍ਰਵਾਨ ਕੀਤਾ ਜਾਏ, ਜਾਂ ਹੋਰ ਤਾਂ ਮੈਨੂੰ ਨਹੀਂ ਕੋਈ ਗੱਲ ਨਜ਼ਰ ਉਸ ਪੱਧਰ ਦੇ ਉੱਤੇ ਆਉਂਦੀ ਜਿਹੜੀ ਕੋਈ ਵੱਡੀ ਬਦਲ ਗਈ ਹੋਵੇ। ਪਰ ਉਹਨਾਂ ਨੂੰ ਆਪਣਾ ਇਜਲਾਸ ਬੁਲਾ ਕੇ
ਕੋਈ ਆਪਣਾ ਗੋਲ ਨਿਸ਼ਚਿਤ ਕਰਨਾ ਪਏਗਾ ਪਹਿਲਾਂ ਸਾਰੀ ਪਾਰਟੀ ਦੇ ਮਾਮਲੇ ਦੇ ਵਿੱਚ। ਕੋਈ ਸੀਨੀਅਰ ਲੀਡਰ ਹੋਰ ਇਹ ਟਰਮੀਨੋਲੋਜੀ ਵੀ ਨਹੀਂ ਹਜੇ ਤੱਕ ਬੋਲ ਰਿਹਾ, ਹਜੇ ਤੱਕ ਗੱਲ ਵੀ ਨਹੀਂ ਕਰ ਰਿਹਾ, ਹਜੇ ਤੱਕ ਇਹ ਵੀ ਨਹੀਂ ਪਤਾ ਕੌਣ ਨਾਰਾਜ਼ ਹੈ ਤੇ ਕੌਣ ਅੰਦਰ ਹੈ, ਕੌਣ ਬਾਹਰ ਹੈ, ਕੀ ਗੱਲ ਹੈ। ਬੜਾ ਕੁਝ ਅਜੇ ਉਹ ਤੁਰਿਆ ਪੈਂਦਾ। ਉਹਨਾਂ ਨੂੰ ਲੱਗਦਾ ਸ਼ਾਇਦ ਇਸ ਤਰੀਕੇ ਨਾਲ ਗੱਲ ਬਣ ਜਾਏਗੀ। ਬਿਨਾਂ ਸ਼ੱਕ ਸਾਰੇ ਲੋਕਾਂ ਨੇ ਵਿਰੋਧ ਕੀਤਾ, ਪਰਚਿਆਂ ਦਾ ਵਿਰੋਧ ਕੀਤਾ, ਸਭ ਨੇ ਕੀਤਾ, ਔਰ ਬਿਨਾਂ ਲਾਠੀ ਚਾਰਜ ਦਾ ਹੜ੍ਹਾਂ ਦੇ ਉਹਦੇ ਚ ਮੁਆਵਜ਼ਾ ਮਿਲਣਾ ਚਾਹੀਦਾ, ਉਹ ਡਿਮਾਂਡਸ ਤੇ ਆਪਣਾ। ਪਰ ਜਿਹੜੇ ਡਾਇਰੈਕਸ਼ਨ ਚ ਤੁਸੀਂ ਲੈ ਕੇ ਜਾ ਰਹੇ ਹੋ ਸ਼ਾਇਦ ਇਹ ਨੋਟ ਕਰਨ ਵਾਲੀ ਹੈ। ਅਕਾਲੀ ਦਲ ਨੂੰ ਆਪਣੇ ਅੰਦਰ ਹੀ ਝਾਤੀ ਮਾਰ ਕੇ ਡਿਸਕਸ ਕਰਨੀ ਪਏਗੀ। ਦੇਖੋ ਜੀ, ਮੈਂ ਤਾਂ ਸੁਖਬੀਰ ਸਿੰਘ ਬਾਦਲ ਦਾ ਜਿਹੜੀ ਟਰਨ ਆ ਰਹੀ ਹੈ ਨਾ, ਇਹ ਵੈਲਕਮ ਕਰੂੰਗਾ। ਪਰ ਇੱਕੋ ਹੀ ਹੈ ਮੈਨੂੰ ਕਿ ਜੇ ਅਕਾਲੀ ਦਲ ਨੇ ਇਹ ਇਤਿਹਾਸ ਜ਼ਕਰੀਆ ਖਾਨ ਵਾਲਾ ਉਦੋਂ ਪੜ੍ਹਿਆ ਹੁੰਦਾ ਜਦੋਂ ਇਹ 2007 ਤੋਂ ਲੈ ਕੇ 2017 ਤੱਕ ਪਾਵਰ ਦੇ ਵਿੱਚ ਸੀਗੇ, ਤੇ ਫਿਰ ਜਿਹੜੀ ਇਹਨਾਂ ਦੀ ਇਹ ਹਾਲਤ ਹੈ ਨਾ, ਫਿਰ ਇਹ ਹੋਣੀ ਨਹੀਂ ਸੀਗੀ। ਇਹ ਉਦੋਂ ਭੁੱਲ ਗਏ ਸੀਗੇ ਕਿ ਪੰਥ ਜੂਝਦਾ ਕਿਵੇਂ ਹੁੰਦਾ ਸੀਗਾ। ਇਹ ਤਾਂ ਖੁਦ ਇਹਨਾਂ ਨੇ ਫਿਰ ਇਹ ਉਲਟਾ ਰੋਲ ਬਣਾ ਲਿਆ। ਹੁਣ ਤਾਂ ਮੈਂ ਕਿਹਾ ਹੁਣ ਮੈਂ ਵੈਲਕਮ ਕਰਦਾ ਹਾਂ ਕਿ ਇਹ ਮੁੜ ਕੇ ਪੰਥ ਵੱਲ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹੈ। ਲੇਕਿਨ ਪੰਥਕ ਜਿਹੜਾ ਈਡੀਐਮ ਹੈ ਨਾ, ਇਹ ਨਾਰਾ ਨਹੀਂ ਹੈ, ਇਹ ਕਮਿਟਮੈਂਟ ਹੈ। ਤੇ ਜਦੋਂ ਫਿਰ ਜੇ ਪੰਥ ਦੀ ਗੱਲ ਕਰਨੀ ਹੈ, ਫਿਰ ਭਾਈ ਕੁਰਬਾਨੀ ਦੇਣ ਨੂੰ ਵੀ ਤਿਆਰ ਹੋਣਾ ਪੈਂਦਾ। ਸਿਰਫ ਨਾਅਰੇਬਾਜ਼ੀ ਨਾਲ ਗੱਲ ਨਹੀਂ ਬਣਦੀ। ਚੰਗੀ ਗੱਲ ਹੈ ਕਿ ਇਹਨਾਂ ਨੇ ਮੋੜਾ ਪਾਇਆ, ਲੇਕਿਨ ਇਸ਼ੂ ਫਿਰ ਪੰਥਕ ਹੋਣੇ ਚਾਹੀਦੇ ਹੈ। ਮੈਨੂੰ ਲੱਗਦਾ ਮੁੜੇ ਤਾਂ ਹੈ ਕਿ ਇਹਨਾਂ ਨੇ ਜਦੋਂ ਆ 2 ਵਾਰੀ ਪੰਥ ਨੂੰ ਕਾਲ ਦਿੱਤੀ ਹੈ ਨਾ, ਬਈ ਦੇਖੋ ਜੀ ਆਪਰੇਸ਼ਨ ਬਲੂ ਸਟਾਰ ਤੋਂ ਵੱਡਾ ਐਕਸ਼ਨ ਹੋ ਗਿਆ। ਮਸਲਨ 2 ਇਸ਼ੂਜ਼ ਹਰਿਆਣਾ ਦੀ ਕਮੇਟੀ ਬਣੀ ਜਦੋਂ, ਉਦੋਂ, ਤੇ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ ਅਮੈਂਡਮੈਂਟ ਕੀਤੀ, ਦੋਵੇਂ ਵਾਰ ਇੱਕੋ ਗੱਲ ਕੀਤੀ ਸੀ ਕਿ ਇਹ ਤਾਂ ਜੀ ਬਲੂ ਸਟਾਰ ਤੋਂ ਵੱਡਾ ਐਕਸ਼ਨ ਹੈ। ਲੋਕਾਂ ਨੇ ਰਿਸਪੌਂਡ ਹੀ ਨਹੀਂ ਕੀਤਾ। ਇਹਨਾਂ ਨੇ 25 ਲੱਖ ਸਾਈਨ ਕਰਾਏ, ਬੰਦੇ ਸਿੰਘ ਨੂੰ ਰਿਹਾਅ ਕਰਨ ਵਾਸਤੇ ਕਿੱਥੇ ਹੋ? ਸੋ ਜਿਹੜੀ ਅਸਲੀਅਤ ਹੈ ਉਹ ਫੇਸ ਕਰਨੀ ਚਾਹੀਦੀ ਹੈ। ਸਿਰਫ ਨਾਅਰੇਬਾਜ਼ੀ ਨਾਲ ਜਾਂ ਪੰਥਕ ਟਰਮੀਨੋਲੋਜੀ ਯੂਜ਼ ਕਰਕੇ ਗੱਲ ਨਹੀਂ ਬਣਦੀ ਹੁੰਦੀ। ਠੀਕ ਕਹਿ ਰਹੇ ਹੋ ਤੁਸੀਂ, ਪਰ ਖੈਰ ਸ਼ਾਇਦ ਉਹ ਵੀ ਸਮਾਂ ਆ ਜੇ, ਫਿਰ ਉਹਨਾਂ ਨੇ ਕਹਿਣਾ ਤੁਸੀਂ ਫਿਰ ਵੀ ਵਿਰੋਧ ਕਰੀ ਜਾਂਦੇ ਹੋ। ਤੁਸੀਂ ਨਹੀਂ, ਮੈਂ ਤਾਂ ਵੈਲਕਮ ਕਰਦਾ ਜੀ। ਮੈਂ ਬੜਾ ਕਲੀਅਰ ਕਰਦੇ ਹਾਂ, ਮੈਂ ਸੁਖਬੀਰ ਜੀ ਦੇ ਇਸ ਟਰਨ ਨੂੰ ਵੈਲਕਮ ਕਰਦਾ, ਪਰ ਨਾਲ ਉਹਨਾਂ ਨੂੰ ਫਿਰ ਤਿਆਰ ਵੀ ਰਹਿਣਾ ਚਾਹੀਦਾ ਕੁਰਬਾਨੀ ਕਰਨ ਵਾਸਤੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ।